ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਐਜੂਕੇਸ਼ਨ ਸੈਂਟਰ ਦਿੱਲੀ ਔਰ ਸਿੱਖ ਮਿਸ਼ਨਰੀ ਕਾਲਜ ਦੀ ਸਾਂਝੀ ਗੁਰਮਤਿ ਕਲਾਸ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਹੱਥ ਜੋੜ ਕੇ ਅੱਜ ਦਾ ਵਿਸ਼ਾ ਪੰਜ ਵਿਸ਼ੇ ਵਿਕਾਰ ਆਰੰਭ ਕਰਨ ਦੀ ਆਪ ਪਾਸੋਂ ਹੱਥ ਜੋੜ ਕੇ ਅਸੀਸ ਮੰਗਦਾ। ਇਹ ਇੱਕ ਆਮ ਗੱਲ ਹੈ ਕਿ ਪੰਜ ਵਿਕਾਰ ਸਾਡੇ ਜਿਹੜੇ ਹਿਰਦੇ ਦੇ ਵਿੱਚ ਹਨ, ਇਹਦਾ ਹਰ ਕਿਸੇ ਨੂੰ ਗਿਆਨ ਹੈ, ਕਿਉਂਕਿ ਇਹ ਜੋ ਵਿਕਾਰ ਹਨ ਇਹਨਾਂ ਬਾਰੇ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਇਹਦਾ ਜ਼ਿਕਰ ਹੈ। ਗੁਰੂ ਸਾਹਿਬਾਨ ਨੇ ਵੀ ਇਹਦਾ ਜ਼ਿਕਰ ਕੀਤਾ ਹੈ, ਭਗਤਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਔਰ ਖਾਸ ਤੌਰ ਦੇ ਉੱਪਰ ਜਿਹੜੀ ਸੰਸਕ੍ਰਿਤੀ ਸਰੋਕ ਹਨ ਉਹਨਾਂ ਦੀ ਜਦੋਂ ਇੱਥੇ ਵਿਚਾਰ ਕੀਤੀ ਗਈ ਤਾਂ ਇੱਕ ਇੱਕ ਜਿਹੜਾ ਵਿਕਾਰ ਸੀ ਉਸ ਦੀ ਬੜੀ ਡਿਟੇਲ ਦੇ ਵਿੱਚ ਸਾਂਝ ਪਾਈ ਗਈ। ਇੱਕ ਹਿਊਮਨ ਟੈਂਡੈਂਸੀ ਹੈ ਕਿ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਹੈ ਉਹਨੂੰ ਅਸੀਂ ਅਪਣਾ ਲੈਂਦੇ ਹਾਂ, ਤੇ ਜਿਹਦੇ ਵਾਸਤੇ ਸਾਨੂੰ ਕੁਝ ਮਿਹਨਤ ਕਰਨੀ ਪੈਂਦੀ ਹੈ ਉਸ ਬਾਰੇ ਅਸੀਂ ਜਲਦੀ ਭੁੱਲ ਜਾਂਦੇ ਹਾਂ। ਇਹ ਵਿਸ਼ਾ ਵੀ ਇਸ ਤਰ੍ਹਾਂ ਦਾ ਹੀ ਹੈ। ਜੇ ਕੋਈ ਚੰਗੀ ਖਾਣ ਪੀਣ ਦੀ ਚੀਜ਼ ਹੋਵੇ ਸਾਨੂੰ ਉਹ ਭੁੱਲਦੀ ਨਹੀਂ, ਤੇ ਜਦੋਂ ਕੋਈ ਤਿਆਗਣ ਵਾਲੀ ਗੱਲ ਹੋਵੇ, ਛੱਡਣ ਵਾਲੀ ਗੱਲ ਹੋਵੇ, ਉਹ ਸਾਨੂੰ ਯਾਦ ਨਹੀਂ ਰਹਿੰਦੀ। ਤੇ ਅਸੀਂ ਇਹ ਐਕਸਕਿਊਜ਼ ਲੈਂਦੇ ਹਾਂ ਜੀ ਉਹ ਵਿਸਰ ਗਿਆ ਜੀ, ਸਾਨੂੰ ਚੇਤੇ ਨਹੀਂ ਰਿਹਾ ਕਿ ਇਹ ਵੀ ਅਸੀਂ ਕੰਮ ਕਰਨੇ ਸਨ। ਤੋ ਬੇਸਿਕਲੀ ਗੱਲ ਇਹ ਹੈ ਕਿ ਇਹ ਜਿੱਥੇ ਪੰਜ ਵਿਕਾਰ ਹਨ, ਇਹਨੂੰ ਵਿਸ਼ੇ ਵਿਕਾਰ ਵੀ ਕਿਹਾ ਜਾਂਦਾ ਹੈ। ਵਿਸ਼ੇ ਵਿਕਾਰ ਇਸ ਲਈ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਅਸਰ ਵੀ ਜ਼ਹਿਰ ਦੇ ਬਰਾਬਰ ਹੈ। ਜਿਵੇਂ ਜ਼ਹਿਰ ਇੱਕ ਵਾਰੀ ਸਰੀਰ ਦੇ ਵਿੱਚ ਵੜ ਜਾਏ ਤੇ ਉਹ ਫਿਰ ਬੜੀ ਛੇਤੀ ਅਸਰ ਕਰਦਾ ਹੈ। ਤੋ ਇਸ ਤਰ੍ਹਾਂ ਹੀ ਇਹ ਜਿਹੜੇ ਸਰੀਰ ਹਨ, ਮਨੁੱਖਾ ਸਰੀਰ ਹੈ, ਇਹਦੇ ਵਿੱਚ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਤੇ ਇਸ ਵਿੱਚ ਮਨ, ਬੁੱਧੀ, ਚਿੱਤ ਤੇ ਹੰਕਾਰ ਆਦਿਕ ਹਨ। ਉੱਥੇ ਨਾਲ ਹੀ ਇਸ ਵਿੱਚ ਪੰਜ ਵਿਸ਼ਿਆਂ ਦੀ ਪ੍ਰਧਾਨਤਾ ਵੀ ਹੈ। ਉਹ ਕਿਹੜੇ ਪੰਜ ਵਿਸ਼ੇ ਹਨ? ਉਹ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਜੋ ਜਿਨ੍ਹਾਂ ਨੂੰ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਹਿੰਦੇ ਹਾਂ, ਐਕਚੁਅਲੀ ਇਹ ਇੱਕ ਤਰੀਕੇ ਦੇ ਸਾਡੇ ਜਜ਼ਬੇ ਹਨ ਜਿਨ੍ਹਾਂ ਤੇ ਮਨੁੱਖ ਕਾਬੂ ਨਾ ਰੱਖ ਸਕੇ ਤਾਂ ਇਹ ਵਿਕਾਰ ਬਣ ਜਾਂਦੇ ਹਨ। ਇਹਨਾਂ ਨਾਲ ਮਨੁੱਖਾ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਜਾਂਦੀਆਂ ਹਨ। ਪਵਿੱਤਰ ਤੇ ਸਮਾਜਿਕ ਜੀਵਨ ਲਈ ਇਹਨਾਂ ਤੇ ਕਾਬੂ ਰੱਖਣਾ ਜ਼ਰੂਰੀ ਹੈ। ਸਮਾਜ ਹੈਲਦੀ ਹੋਵੇ, ਚੰਗਾ ਹੋਵੇ, ਕੋਈ ਕਿਸੇ ਨੂੰ ਪਰੇਸ਼ਾਨ ਨਾ ਕਰਦਾ ਹੋਵੇ, ਜਿਵੇਂ ਬੇਗਮਪੁਰੇ ਦੀ ਗੱਲ ਹੈ, ਉਹੋ ਜਿਹੀ ਜਿਹੜੀ ਸੰਸਾਰ ਦੀ ਰਚਨਾ ਹੈ, ਸਮਾਜ ਦੀ ਰਚਨਾ ਹੈ, ਉਹਦੇ ਵਿੱਚ ਇਹਨਾਂ ਵਿਸ਼ੇ ਵਿਕਾਰਾਂ ਦਾ ਕੋਈ ਥਾਂ ਨਹੀਂ ਹੈ। ਪਸ਼ੂ ਤੇ ਮਨੁੱਖ ਵਿੱਚ ਇਹੀ ਫਰਕ ਹੈ। ਅਸੀਂ ਕਹਿੰਦੇ ਆ ਕਿ ਮੈਨ ਇਜ਼ ਐਨ ਸੋਸ਼ਲ ਐਨੀਮਲ। ਸੋਸ਼ਲ ਐਨੀਮਲ ਹੈ ਕਿ ਇਹਦੇ ਅੰਦਰ ਐਨੀਮਲ ਵਾਲੇ ਵੀ ਗੁਣ ਹਨ ਔਰ ਸੋਸ਼ਲ ਵੀ ਕਰਦਾ ਹੈ। ਮਨੁੱਖ ਜਿਹੜਾ ਹੈ ਸਮਾਜਿਕ ਪ੍ਰਾਣੀ ਹੈ, ਤਾਂ ਇਹਦੇ ਵਿੱਚ ਐਨੀਮਲ ਵਰਗੇ ਵੀ ਜਿਹੜੇ ਹਨ ਐਟਰੀਬਿਊਟਸ ਹਨ। ਤੇ ਪਸ਼ੂ ਜਿਵੇਂ ਆਪਣੀਆਂ ਕਾਮਨਾਵਾਂ ਤੇ ਕਾਬੂ ਨਹੀਂ ਰੱਖ ਸਕਦੇ, ਉਹਨਾਂ ਨੂੰ ਥਾਂ ਕੁਥਾਂ ਦਾ ਨਹੀਂ ਪਤਾ ਕਿੱਥੇ ਮੂੰਹ ਮਾਰਨਾ, ਕਿੱਥੇ ਨਹੀਂ ਮਾਰਨਾ, ਕਿੱਥੇ ਕਿਹੜਾ ਕੰਮ ਕਰਨਾ ਹੈ, ਕਿਹੜਾ ਕੰਮ ਨਹੀਂ ਕਰਨਾ। ਤੇ ਉਹ ਪਰ ਮਨੁੱਖ ਇਹਦੇ ਮੁਕਾਬਲੇ ਤੇ ਜਿਵੇਂ ਕਿ ਸੋਸ਼ਲਾਈਜ਼ ਕਰਦਾ ਹੈ,
ਮਨੁੱਖ ਨੂੰ ਆਪਣੇ ਆਪ ਦੇ ਉੱਪਰ ਕਾਬੂ ਰੱਖ ਸਕਦਾ ਹੈ, ਅਗਰ ਉਹ ਰੱਖਣਾ ਚਾਹੇ ਤੇ। ਐਨੀਮਲ ਰੱਖਣਾ ਚਾਹਵੇ ਤਾਂ ਵੀ ਨਹੀਂ ਰੱਖ ਸਕਦਾ, ਕਿਉਂਕਿ ਉਹਦੀ ਸੋਚ ਹੀ ਉਨੀ ਲਿਮਟਿਡ ਹੈ। ਪਰ ਮਨੁੱਖ ਦੀ ਸੋਚ ਜਿਹੜੀ ਹੈ ਉਹ ਥੋੜੀ ਡਿਵੈਲਪ ਜ਼ਿਆਦਾ ਹੈ। ਹਿੰਦੁਸਤਾਨ ਦੇ ਜਿਹੜੇ ਵਿਚਾਰਕ ਹਨ ਜਿਨ੍ਹਾਂ ਨੇ ਇਸ ਬਾਰੇ ਸੋਚਿਆ ਹੈ, ਉਹਨਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨੂੰ ਇਸੇ ਲਈ ਵਿਸ਼ੇ ਕਿਹਾ ਹੈ ਕਿ ਇਹ ਬਹੁਤ ਤੇਜ਼ ਹਨ। ਇਹਨਾਂ ਦਾ ਜ਼ਹਿਰ ਵਰਗਾ ਤੇਜ਼ ਅਸਰ ਹੁੰਦਾ ਹੈ। ਆਮ ਜ਼ਹਿਰ ਖਾਣ ਨਾਲ ਅਸਰ ਹੁੰਦਾ ਹੈ, ਪਰ ਕਾਮ, ਕ੍ਰੋਧ, ਲੋਭ, ਮੋਹ ਦੇ ਚਿਤਵਨ ਨਾਲ ਹੀ ਮਨ ਉੱਤੇ ਅਸਰ ਹੁੰਦਾ ਹੈ। ਇਹ ਥੋੜੀ ਸਮਝਣ ਵਾਲੀ ਗੱਲ ਹੈ ਕਿ ਮੋਹਰਾ ਖਾਣ ਦੇ ਨਾਲ, ਜੀਭ ਤੇ ਰੱਖਣ ਨਾਲ ਉਸਦਾ ਇਹ ਮਨੁੱਖ ਦੀ ਮੌਤ ਹੁੰਦੀ ਹੈ। ਲੇਕਿਨ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹਨ, ਇਹ ਜਦੋਂ ਮਨ ਇਹਨੂੰ ਚਿਤਵਦਾ ਹੈ, ਇਹਦੇ ਖਿਆਲ ਵਿੱਚ ਆਉਂਦੇ ਹਨ, ਤਾਂ ਉਸ ਵੇਲੇ ਆਦਮੀ ਵਿਕਾਰੀ ਬਣ ਜਾਂਦਾ ਹੈ। ਭਾਵੇਂ ਤੁਸੀਂ ਕਿਸੇ ਨਾਲ ਕੋਈ ਭੈੜ ਨਹੀਂ ਕੀਤਾ ਹੈ, ਲੇਕਿਨ ਤੁਹਾਡਾ ਮਨ ਅਗਰ ਵਿਚਾਰ ਆ ਗਿਆ ਤੇ ਮਨ ਤੁਹਾਡਾ ਜਿਹੜਾ ਹੈ ਉਹ ਭੈੜਾ ਹੋ ਗਿਆ। ਫਾਰ ਐਗਜ਼ਾਮਪਲ, ਕਿਸੇ ਸੁੰਦਰ ਇਸਤਰੀ ਦਾ ਖਿਆਲ ਹੀ ਆਦਮੀ ਦੇ ਮਨ ਨੂੰ ਵਿਕਾਰੀ ਬਣਾ ਸਕਦਾ ਹੈ। ਲੋਭ ਦੇ ਤਸੱਰਫ ਵਿੱਚ ਹੀ, ਸੋਚ ਵਿੱਚ ਹੀ ਮਨੁੱਖ ਹਲਕਾ ਹੋ ਜਾਂਦਾ ਹੈ ਕਿ ਮੈਂ ਇਹ ਚੀਜ਼ ਪ੍ਰਾਪਤ ਕਰਨੀ ਹੈ। ਤਾਂ ਜਿਸ ਵੇਲੇ ਉਹਦੇ ਮਨ ਵਿੱਚ ਲੋਭ ਆਉਂਦਾ ਹੈ, ਉਸੇ ਵੇਲੇ ਹੀ ਉਹ ਵਿਉਂਤਾਂ ਘੜਨੀਆਂ ਸ਼ੁਰੂ ਕਰਦਾ ਹੈ ਕਿ ਮੈਂ ਕਿਸ ਤਰੀਕੇ ਦੇ ਨਾਲ ਇਸ ਲੋਭ ਦੀ ਪ੍ਰਾਪਤੀ ਕਰਨੀ ਹੈ। ਦੁਸ਼ਮਣ ਦੀ ਯਾਦ ਆਉਂਦਿਆਂ ਹੀ ਕ੍ਰੋਧ ਦੀ ਅੱਗ ਵਿੱਚ ਸੜਨ ਲੱਗ ਪੈਂਦਾ ਹੈ। ਉਹ ਫਲਾਣਾ ਆ ਗਿਆ, ਫਲਾਣੇ ਨੇ ਮੇਰੇ ਨਾਲ ਇਹ ਕੀਤਾ ਸੀਗਾ, ਫਲਾਣੇ ਨੇ ਮੇਰੇ ਨਾਲ ਇਹ ਕੀਤਾ ਸੀਗਾ, ਮੈਂ ਉਹਦੇ ਨਾਲ ਇਹ ਬਦਲਾ ਲੈਣਾ ਹੈ। ਤੇ ਇਸੇ ਤਰ੍ਹਾਂ ਹੀ ਮੋਹ ਵਿੱਚ ਮਗਨ ਹੋ ਕੇ ਫਿਰ ਤੜਫਣ ਲੱਗ ਪੈਂਦਾ ਹੈ ਮਨੁੱਖ ਜਿਹੜਾ ਹੈ। ਔਰ ਹੰਕਾਰ ਜਿਹੜਾ, ਜਿਹਨੂੰ ਪੰਜਾਬੀ ਵਿੱਚ ਆਪਾਂ ਆਮ ਤੌਰ ਤੇ ਕਹਿੰਦੇ ਹਾਂ, ਹੰਕਾਰਿਆ ਸੋ ਮਾਰਿਆ, ਕਿ ਜਿਹਨੇ ਹੰਕਾਰ ਕੀਤਾ ਉਹ ਸਮਝੋ ਮਰ ਗਿਆ, ਪ੍ਰਾਈਡ ਹੈ ਤੇ ਫਾਲ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਇਸ ਵਿਸ਼ੇ ਦੇ ਉੱਪਰ, ਇਹਨਾਂ ਪੰਜਾਂ ਵਿਸ਼ੇ ਵਿਕਾਰਾਂ ਤੋਂ ਸਾਨੂੰ ਬੜਾ ਸੁਚੇਤ ਕੀਤਾ ਹੈ ਔਰ ਸਾਨੂੰ ਸਮਝਾਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੌੜੀ ਚੇਤੀ ਰਾਗ ਦੇ ਅੰਦਰ ਪੰਨਾ 155 ਦੇ ਉੱਪਰ ਇਹ ਅਮੋਲਕ ਬੋਲ ਦਰਜ ਕੀਤੇ ਹਨ ਕਿ ਅਵਰ ਪੰਜ ਹਮ ਏਕ ਜਨਾ, ਕਿਉਂ ਰਾਖੂ ਘਰ ਬਾਰ ਮਨਾ, ਮਾਰ ਹੈ ਲੁੱਟ ਹੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਭਾਵ ਕਿ ਜੀਵ ਇੱਕ ਹੈ, ਇਸ ਨੂੰ ਲੁੱਟਣ ਵਾਲੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਨ। ਇਹ ਜੀਵਨ ਦੀ ਰਾਸ ਪੂੰਜੀ ਨੂੰ ਲੁੱਟਦੇ ਹਨ। ਕਿਸ ਪਾਸ ਪ੍ਰਕਾਰ ਕੀਤੀ ਜਾਵੇ। ਤਾਂ ਪੰਜਵੇਂ ਪਾਤਸ਼ਾਹ ਜੀ ਇਸ ਦਾ ਥੋੜਾ ਜਿਹਾ ਸਾਨੂੰ ਜਿਹੜਾ ਹੈ ਉਹ ਅੱਗੋਂ ਸਮਝਾਉਂਦੇ ਹਨ ਕਿ ਚਾਰ ਬਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤੱਲੀ ਰੇ, ਸੁੰਦੜ ਸੁਗੜ ਸਰੂਪ ਸਿਆਣੇ, ਪੰਚੋ ਹੀ ਮੋਏ ਛੱਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਆਸਾ ਰਾਗ ਵਿੱਚ ਪੰਜੇ ਪਾਤਸ਼ਾਹ ਜੀ ਨੇ 404 ਅੰਗ ਦੇ ਉੱਪਰ ਇਹ ਬੋਲ ਜਿਹੜੇ ਹਨ ਉਹ ਸਾਨੂੰ ਸਮਝਾਇਆ। ਭਾਵ ਕਹਿੰਦਾ ਹੈ ਕਿ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਚੌਹਾਂ ਵਰਨਾਂ ਦੇ ਚੰਗੇ ਆਦਮੀ, ਜਿਨ੍ਹਾਂ ਦੇ ਹੱਥ ਵਿੱਚ 6 ਸ਼ਾਸਤਰ ਹਨ, ਬੜੇ ਸਿਆਣੇ ਅਤੇ ਚਤੁਰ ਪੁਰਸ਼ਾਂ ਨੂੰ ਹੀ ਇਹਨਾਂ ਪੰਜਾਂ ਨੇ ਛਲ ਲਿਆ। ਭਾਵ ਇਹ ਇੰਨੇ ਜ਼ਬਰਦਸਤ ਛਲਾਵੇ ਹਨ ਕਿ ਭਾਵੇਂ ਕਿੰਨਾ ਵੀ ਬੰਦਾ ਉੱਚ ਕੁਲ ਦਾ ਹੋਵੇ, ਭਾਵੇਂ ਕਿੰਨਾ ਵੀ ਉਹ ਸਿਆਣਾ ਹੋਵੇ, ਭਾਵੇਂ ਕਿੰਨਾ ਵੀ ਗਿਆਨੀ ਪੁਰਸ਼ ਹੋਵੇ ਔਰ ਬੜਾ ਸਿਆਣਾ ਵੀ ਹੋਵੇ, ਚਤੁਰ ਵੀ ਹੋਵੇ, ਉਹਨਾਂ ਦੇ ਉੱਪਰ ਵੀ ਇਹ ਜਿਹੜੇ ਵਿਸ਼ੇ ਵਿਕਾਰ ਹਨ ਇਹ ਅਸਰ ਕਰ ਦਿੰਦੇ ਹਨ। ਇਤਿਹਾਸ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਬੜੇ ਬੜੇ ਰਿਸ਼ੀ ਮੁਨੀ ਜਿਹੜੇ ਹਨ, ਉਹਨਾਂ ਦਾ ਵੀ ਸਤ ਭੰਗ ਜਿਹੜਾ ਹੈ ਉਹ ਔਰਤ ਨੂੰ ਦੇਖ ਕਰਕੇ ਉਹਨਾਂ ਦਾ ਮਨ ਵੀ ਡੋਲ ਗਿਆ ਤੇ ਉਹ ਆਪਣੇ ਭਜਨ ਬੰਦਗੀ ਦੇ ਵਿੱਚੋਂ ਵੀ ਬਾਹਰ ਹੋ ਗਏ। ਇਸ ਤਰ੍ਹਾਂ ਇਹ ਵੀ ਲਿਖਿਆ ਜਾਂਦਾ ਹੈ ਕਿ ਜਿਹੜੇ ਇੰਦਰ ਵਰਗੇ ਜਿਹੜੇ ਦੇਵਤੇ ਹਨ, ਉਹ ਵੀ ਕਾਮਵਸ ਹੋ ਕਰਕੇ ਕਿੰਨੇ ਨੀਚ ਕੰਮ ਉਹਨਾਂ ਨੇ ਗੌਤਮ ਦੇ ਰਿਸ਼ੀ ਦੇ ਨਾਲ ਕੀਤੇ ਤੇ ਕੀ ਉਹਦਾ ਉਹਨੂੰ ਫਲ ਮਿਲਿਆ। ਤੋ ਪੰਜਵੇਂ ਪਾਤਸ਼ਾਹ ਜੀ ਇਹ ਗੱਲ ਸਾਨੂੰ ਬੜੀ ਸਮਝਾਈ ਹੈ
ਕਿ ਇਹ ਬੜੇ ਸੁੰਦਰ ਸੁਗਰ ਸਰੂਪ ਸਿਆਣੇ ਨੇ ਤੇ ਪੰਜੋ ਹੀ ਮੋਹਿ ਛਲੀ, ਇਹ ਪੰਜੇ ਹੀ ਮੈਨੂੰ ਛਲਦੇ ਹਨ। ਪਰ ਐਸਾ ਬਲੀ ਪੁਰਸ਼ ਕੌਣ ਹੈ ਜਿਸ ਨੇ ਇਸ ਨੂੰ ਜਿੱਤਿਆ ਹੈ, ਇਹਨਾਂ ਪੰਜਾਂ ਨੂੰ ਜਿੱਤ ਲਿਆ ਹੈ? ਉਹੀ ਸੂਰਮਾ ਹੈ ਜਿਹਨੇ ਇਹਨੂੰ ਜਿੱਤ ਲਿਆ ਹੈ। ਨੇ ਤੇ ਪੰਜ ਜਵਾਨ ਗੁਰ ਥਾਪੀ ਦਿੱਤੀ ਕੰਢ ਜਿਉ, ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉਚ ਦਮਾਲੜਾ, ਸਭ ਹੋਈ ਛਾਂਝ ਇਕੱਠੀ ਆ। ਛਿੰਝ ਲੱਗ ਗਈ ਤਾਂ ਫਿਰ ਗੁਰੂ ਨੇ ਮੈਨੂੰ ਥਾਪੜਾ ਦਿੱਤਾ, ਤੇ ਮੈਂ ਗੁਰੂ ਦੇ ਥਾਪੜੇ ਸਦਕਾ, ਉਸ ਨਾਮ ਦੀ ਤਾਕਤ ਸਦਕਾ, ਮੈਂ ਇਹਨਾਂ ਪੰਜਾਂ ਨੂੰ ਆਪਣੇ ਵਸ ਕਰ ਲਿਆ। ਇਸੇ ਤਰ੍ਹਾਂ ਹੀ ਉਹ ਬੰਦਾ ਸੂਰਮਾ ਹੈ, ਉਹੀ ਸੂਰਮਾ ਹੈ ਜਿਹਦੇ ਬਾਰੇ ਗੱਲ ਕਹੀ ਹੈ ਕਿ ਜਿਨ ਪੰਚ ਮਾਰ ਬੇਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਉਹ ਇਸ ਕਲਯੁਗ ਦੇ ਅੰਦਰ ਹੀ ਸੂਰਮਾ ਹੈ। ਐਸੋ ਕੌਣ ਬਲੀ ਰੇ? ਐਸਾ ਉਹੀ ਬਲੀ ਹੈ ਜਿਨ੍ਹਾਂ ਇਹਨਾਂ ਪੰਜਾਂ ਨੂੰ ਮਾਰਿਆ ਹੈ, ਜਿਨ੍ਹਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੈ। ਇਸੇ ਤਰ੍ਹਾਂ ਇਹ ਬਾਰੇ ਭਗਤ ਰਵਿਦਾਸ ਜੀ ਵੀ ਸਾਨੂੰ ਸਮਝਾਉਂਦੇ ਹਨ। ਆਸਾ ਰਾਗ ਦੇ ਅੰਦਰ ਪੰਨਾ 486 ਦੇ ਉੱਪਰ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾ ਮੈਂ, ਤਾਕੀ ਕੇ ਤਕਸ। ਭਗਤ ਜੀ ਫਰਮਾਉਂਦੇ ਹਨ ਕਿ ਹਿਰਨ ਨੂੰ ਕੰਨਾਂ ਦਾ ਰਸ ਹੈ, ਮੱਛੀ ਨੂੰ ਜੀਭ ਦਾ ਸਵਾਦ ਹੈ, ਭੌਰੇ ਨੂੰ ਸੁੰਘਣ ਦਾ ਰੋਗ ਹੈ, ਤੇ ਪਤੰਗੇ ਨੂੰ ਦੇਖਣ ਦਾ ਸ਼ੌਕ ਹੈ, ਹਾਥੀ ਨੂੰ ਕਾਮ ਦਾ ਰਸ ਹੈ। ਇਹ ਪੰਜੇ ਹੀ ਇੱਕ ਇੱਕ ਰੋਗ ਕਰਕੇ ਦੁਖੀ ਹੁੰਦੇ ਹਨ, ਭਾਵ ਉਹਨਾਂ ਦੇ ਨਾਸ ਹੋ ਜਾਂਦਾ ਹੈ। ਪਰ ਮਨੁੱਖ ਵਿੱਚ ਤੇ ਪੰਜੇ ਹੀ ਹਨ। ਮਨੁੱਖ ਦੇ ਅੰਦਰ ਵੀ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ। ਤਾਂ ਇਸ ਦੇ ਬਚਾਓ ਦੀ ਕੀ ਆਸ ਹੋ ਸਕਦੀ ਹੈ? ਭਾਈ ਗੁਰਦਾਸ ਜੀ ਨੇ ਵੀ ਇਸੇ ਖਿਆਲ ਨੂੰ ਸਾਨੂੰ ਇਉਂ ਕਥਨ ਕਰਕੇ ਸਮਝਾਇਆ ਹੈ। ਗੱਜ ਮ੍ਰਿਗ ਮੀਨ ਪਤੰਗ ਅਲ, ਇਕਤ ਇਕਤ ਰੋਗ ਪਚੰਦੇ, ਮਾਨਸ ਦੇਹੀ ਪੰਜ ਰੋਗ, ਪੰਜੇ ਦੂਤ ਕਸੂਤ ਕਰੰਦੇ। ਹੁਣ ਅਸੀਂ ਪੰਜਾਂ ਵਿਸ਼ਿਆਂ ਦਾ ਵਰਣਨ ਜੋ ਹੈ ਉਹ ਲੜੀਵਾਰ ਅੱਗੇ ਕਰਾਂਗੇ ਕਿ ਇਹ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਪੰਜ ਰੋਗਾਂ ਦਾ, ਉਸ ਦੇ ਬਾਰੇ ਅਸੀਂ ਕੀ ਸਾਨੂੰ ਡਿਟੇਲ ਵਿੱਚ ਸਮਝ ਆਉਂਦੀ ਹੈ। ਤਾਂ ਸਭ ਤੋਂ ਪਹਿਲਾਂ ਜਿਸ ਦੀ ਗੱਲ ਅਸੀਂ ਕਰਦੇ ਹਾਂ, ਜਿਹੜਾ ਕਿ ਬੜਾ ਜਦੋਂ ਅਸੀਂ 16 ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੇ 'ਚ ਵੀ ਸਾਨੂੰ ਇਹ ਸਮਝਾਉਂਦੇ ਨੇ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਿ ਇਸ ਸੰਸਾਰ ਦੇ ਅੰਦਰ ਕਾਮ ਔਰ ਕ੍ਰੋਧ, ਸੈਕਸ ਐਂਡ ਵਾਇਲੈਂਸ, ਇਸ ਨੇ ਸਾਰੇ ਸੰਸਾਰ ਨੂੰ ਕਾਬੂ ਕੀਤਾ ਹੈ। ਅਸੀਂ ਦੇਖੀਏ, ਟੀਵੀ ਤੇ ਦੇਖੀਏ, ਫਿਲਮਾਂ 'ਚ ਦੇਖੀਏ, ਆਪਣੀਆਂ ਕਿਤਾਬਾਂ 'ਚ ਦੇਖੀਏ, ਰਸਾਲਿਆਂ 'ਚ ਦੇਖੀਏ, ਉਹਨਾਂ ਸਾਰਿਆਂ ਦੇ ਵਿੱਚ ਹੀ ਸੈਕਸ ਔਰ ਵਾਇਲੈਂਸ ਦੀ ਜਿਹੜੀ ਹੈ ਗੱਲ ਜ਼ਿਆਦਾ ਹੁੰਦੀ ਹੈ। ਬੜੇ ਅਟਰੈਕਟਿਵ ਪੋਸਟਰਸ ਹੁੰਦੇ ਹਨ, ਬੜੀਆਂ ਅਟਰੈਕਟਿਵ ਫੋਟੋਆਂ ਹੁੰਦੀਆਂ ਹਨ ਜਿਹੜੀਆਂ ਕਿ ਸਾਡੇ ਮਨ ਨੂੰ ਆਪਣੇ ਵੱਲ ਅਟਰੈਕਟ ਕਰਦੀਆਂ। ਕਾਮ ਸਭ ਤੋਂ ਤੇਜ਼ ਅਤੇ ਰਸਦਾਇਕ ਜਜ਼ਬਾ ਹੈ ਜੋ ਮਨੁੱਖਾਂ, ਪਸ਼ੂਆਂ, ਪੰਛੀਆਂ ਸਭ ਤੇ ਅਸਰ ਕਰਦਾ ਹੈ। ਇਸ ਦੇਸ਼ ਦੇ ਔਰ ਦੂਸਰੇ ਦੇਸ਼ ਦੇ ਮਹਾਂਪੁਰਸ਼ਾਂ ਨੇ ਇਸ ਨੂੰ ਵਧੇਰੇ ਨਿੰਦਿਆ ਹੈ, ਇਸ ਨੂੰ ਕਹਿ ਕੇ ਬਹੁਤ ਖਤਰਨਾਕ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਕਾਮ ਦਾ ਜ਼ਿਕਰ ਕਈ ਜਗ੍ਹਾ ਤੇ ਕੀਤਾ ਹੈ, ਪਰ ਵਧੇਰੇ ਹੰਕਾਰ ਦਾ ਤਿਆਗ ਦੱਸਿਆ ਹੈ। ਕਾਮ ਦਾ ਅਰਥ ਹਨ ਲਿੰਗ ਵਾਸ਼ਨਾ, ਭੋਗ ਵਿਲਾਸ ਦੀ ਵਧੀ ਹੋਈ ਇੱਛਾ। ਇਹ ਜਿਵੇਂ ਮੈਂ ਬੇਨਤੀ ਕੀਤੀ ਸੀ ਸ਼ੁਰੂਆਤ ਵਿੱਚ ਹੀ ਕਿ ਇਹ ਇੱਕ ਇੱਕ ਜੋ ਵਿਕਾਰ ਹੈ ਉਹਦਾ ਸੰਸਕ੍ਰਿਤੀ ਸ਼ਲੋਕਾਂ ਦੇ ਅੰਦਰ ਬੜੇ ਵਿਸਤਾਰ ਦੇ ਨਾਲ ਜਿਹੜੇ ਹਨ ਉਹ ਜ਼ਿਕਰ ਹਨ ਸ਼ਲੋਕਾਂ ਦੇ ਵਿੱਚ। ਤੋ ਇਸੇ ਤਰ੍ਹਾਂ ਦਾ ਹੀ ਸ਼ਲੋਕ ਜਿਹੜਾ ਹੈ ਸੰਸਕ੍ਰਿਤੀ ਸ਼ਲੋਕ ਵੀ ਪੰਨਾ 1358 ਦੇ ਉੱਪਰ 46ਵਾਂ ਜੋ ਸ਼ਲੋਕ ਹੈ ਉਹ ਇਸ ਪ੍ਰਕਾਰ ਹੈ। ਹੇ ਕਾਮੰਗ ਨਰਕ ਬਿਸਰਾਮੰਗ, ਬਹੁ ਜੋਨੀ ਪ੍ਰਮਾਵਣੇ, ਚਿਤ ਹਰਨੰਗ ਤ੍ਰੈ ਲੋਕ ਗਮਯੰਗ, ਜਪ ਤਪ ਸੀਲ ਬਿਦਾਰਨੈ, ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣੈ, ਤਬ ਭੈ ਵਿਮੁੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣ। ਭਾਵ ਨਰਕ ਵਿੱਚ ਵਾਸਾ ਦਿਵਾਉਣ ਵਾਲੇ ਹੈ ਕਾਮ,
ਇਹ ਕਾਮੰ ਨਰਕ ਵਿਸਰਾਮੰ। ਬਹੁਤ ਜੂਨੀ ਭਰਮਾਵਣਾ ਹੈ, ਤੂੰ ਮਨੁੱਖ ਨੂੰ ਬਹੁਤ ਜੂਨਾ ਵਿੱਚ ਭਰਮਾਣਾ ਹੈ, ਕਿਉਂਕਿ ਤੇਰੇ ਕਰਕੇ ਮਨੁੱਖ ਜਿਹੜਾ ਵੱਡੇ ਵੱਡੇ ਜੋਗੀ ਜਤੀ ਤਪੀ ਜਿਹੜੇ ਹਨ, ਜੋ ਮੁਨੀ ਹਨ, ਉਹਨਾਂ ਦਾ ਵੀ ਸਤਿਭਾਗ ਹੋ ਗਿਆ ਤੇ ਉਹਨਾਂ ਨੂੰ ਹੀ ਮੁੜ ਕੇ ਜਿਹੜਾ ਹੈ ਉਹ ਜੂਨਾ ਦੇ ਵਿੱਚ ਭਟਕਣਾ ਪਿਆ। ਚਿੱਤ ਨੂੰ ਹਰਨ ਵਾਲੇ ਤੇਰੀ ਪਹੁੰਚ ਤਿੰਨਾਂ ਲੋਕਾਂ ਤੱਕ ਹੈ। ਚਿਤ ਹਰਨੰ ਤ੍ਰੈ ਲੋਕ ਗਮਯੰ। ਜਪ ਤਪ ਸੀਲ ਵਿਦਾਰਨੇ, ਤੂੰ ਜਪ ਤਪ ਤੇ ਸੀਲ ਨੂੰ ਨਾਸ਼ ਕਰ ਦੇਣਾ ਹੈ, ਚੰਗੇ ਗੁਣਾਂ ਨੂੰ ਨਾਸ਼ ਕਰ ਦੇਣਾ ਹੈ। ਭਾਵ ਬਹੁਤ ਗਿਆਨੀ, ਬਹੁਤ ਚੰਗੇ ਵਿਚਾਰਾਂ ਵਾਲਾ ਬੰਦਾ ਹੋਵੇ ਤੇ ਪਰ ਉਹ ਕਾਮ ਦੇ ਵਸ ਹੋਵੇ ਤੇ ਉਹਦਾ ਫਿਰ ਜ਼ਿੰਦਗੀ ਕਿਸ ਤਰੀਕੇ ਦੀ, ਉਹਨੂੰ ਕੰਮ ਹੀ ਕਹਾਂਗੇ ਨਾ, ਗਿਆਨੀ ਤੇ ਨਹੀਂ ਕਹਾਂਗੇ। ਹੁਣ ਵੀ ਅਸੀਂ ਦੇਖਦੇ ਹਾਂ ਕਿ ਬੜੇ ਬੜੇ ਆਪਣੇ ਆਪ ਨੂੰ 1008 ਬ੍ਰਹਮ ਗਿਆਨੀ ਕਹਿਣ ਵਾਲੇ ਵੀ ਜਿਹੜੇ ਹਨ ਉਹ ਜੇਲ੍ਹਾਂ ਦੇ ਵਿੱਚ ਬੈਠੇ ਹਨ, ਚੱਕੀ ਪੀਸ ਰਹੇ ਹਨ। ਉਹ ਕਾਰਨ ਕੀ ਕਿ ਵੱਡੇ ਵੱਡੇ ਡੇਰੇਦਾਰ ਵੀ, ਵੱਡੇ ਵੱਡੇ ਡੇਰੇ ਬਣਾ ਕਰਕੇ ਵੀ ਉਹਨਾਂ ਦੇ ਜਿਹੜੇ ਅਸਰ ਹਨ, ਸਰਸੇ ਵਾਲੇ ਬਾਬੇ ਦੇਖ ਲਓ ਜਾਂ ਦੂਜੇ ਦੇਖ ਲਓ, ਉਹ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਹਨ ਕਿ ਉਹ ਕਾਮ ਨੂੰ ਕੰਟਰੋਲ ਨਹੀਂ ਕਰ ਸਕੇ ਤੇ ਆਪਣੇ ਉੱਚੇ ਅਹੁਦੇ ਤੇ ਹੁੰਦਿਆਂ ਹੋਇਆਂ ਵੀ, ਲੱਖਾਂ ਦੇ ਉਹਦੇ ਸ਼ਰਧਾਲੂ ਹੁੰਦਿਆਂ ਵੀ, ਉਹਨਾਂ ਨੂੰ ਇਸ ਨੀਚਤਾ ਵਾਲੇ ਕੰਮ ਵਾਲੇ ਪਾਸੇ ਉਹਨੂੰ ਉਹ ਲੈ ਗਏ ਤੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਾਰੀ ਲੋਕਾਂ ਦੇ ਵਿੱਚ ਭੰਡਿਆ ਗਿਆ। ਥੋੜਾ ਸੁਖ ਦੇਣ ਵਾਲਾ ਅਤੇ ਅਵਿਤ ਧਨ ਹੀਣ ਤੇ ਚੰਚਲ ਬਣਾਉਣ ਵਾਲਾ ਹੈ, ਕਿ ਇਹਦਾ ਸੁਖ ਥੋੜੀ ਦੇਰ ਵਾਲਾ ਹੈ ਲੇਕਿਨ ਇਹ ਮਨ ਨੂੰ ਨੀਵੇਂ ਦਰਜੇ ਦੀ ਬਣਾਉਂਦਾ ਹੈ ਔਰ ਚੰਚਲ ਬਣਾਉਂਦਾ ਹੈ। ਉਸ ਨੀਚ ਊਚ ਨੀਚ ਸਭ ਨੂੰ ਇੱਕੋ ਜਿਹਾ ਦੁੱਖ ਦੇਣ ਵਾਲਾ ਹੈ, ਕਿ ਇਹ ਨਹੀਂ ਕਿ ਕਾਮ ਜਿਹੜਾ ਹੈ ਉਹ ਸਿਰਫ ਅਮੀਰਾਂ ਨੂੰ ਹੀ ਜਾਂ ਬੜੇ ਬੜੇ ਗੁਣੀ ਗਿਆਨੀਆਂ ਨੂੰ ਹੀ ਪਰੇਸ਼ਾਨ ਕਰਦਾ ਹੈ, ਜਾਂ ਇਹ ਨਹੀਂ ਕਿ ਗਰੀਬਾਂ ਨੂੰ ਨਹੀਂ ਪਰੇਸ਼ਾਨ ਕਰਦਾ, ਉਹ ਸਾਰਿਆਂ 'ਤੇ ਇੱਕੋ ਜਿਹਾ ਹੀ ਅਸਰ ਕਰਦਾ ਹੈ। ਤੋ ਊਚ ਨੀਚ ਸਭ ਨੂੰ ਇੱਕੋ ਜਿਹਾ ਦੁੱਖ ਦੇਣ ਵਾਲਾ ਹੈ, ਇੱਕੋ ਜਿਹਾ ਪ੍ਰਭਾਵ ਪਾਉਣ ਵਾਲਾ ਹੈ। ਤੇਰੇ ਡਰ ਨੂੰ ਸਾਧ ਸੰਗਤ ਤੇ ਵਾਹਿਗੁਰੂ ਦੀ ਓਟ ਨਾਲ ਦੂਰ ਕੀਤਾ ਜਾ ਸਕਦਾ ਹੈ। ਤਵ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣੇ। ਫਿਰ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਹਨ, ਪੰਨਾ 403 ਤੇ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਨ, ਕਿ ਥੋੜੇ ਜਿਹੇ ਸਵਾਦ ਵਾਸਤੇ ਕਾਮ ਦੇ ਉਹ ਕੀ ਕਰਦਾ ਹੈ ਕਿ ਕਈ ਸਾਲ ਲੰਮੇ ਜੇ ਜੇਲ੍ਹਾਂ ਵੀ ਜਿਹੜੀਆਂ ਹਨ ਉਹ ਕੱਟ ਰਹੇ ਹਨ ਜਿਹੜੇ ਮਹਾਂਪੁਰਸ਼ ਹਨ। ਘੜੀ ਮੌਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵਾ। ਥੋੜੀ ਦੇਰ ਵਾਸਤੇ ਤੂੰ ਕਾਮ ਦਾ ਆਨੰਦ ਮਾਣਿਆ ਲੇਕਿਨ ਹੁਣ ਤੂੰ ਜੇਲ੍ਹਾਂ ਦੇ ਵਿੱਚ ਸੜ ਰਿਹਾ। ਨੌਵੇਂ ਪਾਤਸ਼ਾਹ ਨੇ ਬੜੀ ਸਪਸ਼ਟ ਗੱਲ ਸਾਨੂੰ ਸਮਝਾਈ ਹੈ। ਬਸੰਤ ਰਾਗ ਦੇ ਵਿੱਚ ਪੰਨਾ 1186 ਦੇ ਉੱਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ, ਪਾਪੀ ਹੀਏ ਮੈਂ ਕਾਮ ਬਸਾਏ, ਕਿ ਇਹ ਪਾਪੀ ਜਿਹੜਾ ਕਾਮ ਦੇ ਵਿੱਚ ਹੈ ਇਹ ਆਪਣੇ ਮਨ ਵਿੱਚ ਕਾਮ ਨੂੰ ਵਸਾ ਕੇ ਬੈਠਾ ਹੋਇਆ ਹੈ। ਮਨ ਚੰਚਲ ਜਾਂ ਤੇ ਗਹਿਓ ਨਾ ਜਾਏ, ਕਿ ਇਹ ਜੋ ਚੰਚਲ ਮਨ ਹੈ ਇਹਦੇ ਕੰਟਰੋਲ ਵਿੱਚ ਨਹੀਂ ਹੈ, ਇਹ ਆਪਣੇ ਮਨ ਨੂੰ ਕੰਟਰੋਲ ਨਹੀਂ ਕਰ ਸਕਿਆ। ਜੋਗੀ ਜੰਗਮ ਅਰ ਸੰਨਿਆਸ, ਜੋਗੀ ਹੋਵੇ, ਜੰਗਲਾਂ 'ਚ ਭ੍ਰਮਣ ਕਰਨ ਵਾਲੇ ਸੰਨਿਆਸੀ ਹੋਣ, ਕੁਝ ਵੀ ਹੋਣ, ਸਭ ਹੀ ਪਰ ਡਾਰੀ ਇਹ ਫਾਂਸ, ਸਾਰਿਆਂ ਦੇ ਉੱਤੇ ਹੀ ਇਸ ਨੇ ਆਪਣੀ ਜਿਹੜੀ ਹੈ ਕਾਮ ਦੀ ਜਿਹੜੀ ਹੈ ਫਾਹੀ ਹੈ ਉਹ ਉਹਨਾਂ ਦੇ ਗਲੇ ਵਿੱਚ ਪਾਈ ਹੋਈ ਹੈ। ਇਸੇ ਗੱਲ ਨੂੰ ਜਿਵੇਂ ਮੈਂ ਬੇਨਤੀ ਪਹਿਲੇ ਕੀਤੀ ਸੀ ਕਿ ਗੁਰਬਾਣੀ ਵਿੱਚ ਕਈ ਥਾਂ ਦੇ ਉੱਪਰ ਸੰਤਾਂ ਭਗਤਾਂ ਨੇ, ਗੁਰੂਆਂ ਨੇ ਇਹਦੇ ਬਾਰੇ ਸਾਨੂੰ ਸੁਚੇਤ ਕੀਤਾ ਹੈ। ਤੋ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਸਾਨੂੰ ਬਸੰਤ ਰਾਗ ਵਿੱਚ ਪੰਨਾ 1194 ਦੇ ਉੱਪਰ, ਇਸ ਤਨ ਮਨ ਮਦੇ ਮਦਨ ਚੋਰ, ਜਿਨ ਗਿਆਨ ਰਤਨ ਹਿਰਲੀਨ ਮੋਰ। ਭਾਵ ਕਾਮ ਇਸ ਸਰੀਰ ਵਿੱਚ ਚੋਰ ਹੈ, ਇਸ ਤਨ ਮਨ ਮਦੇ ਮਦਨ ਚੋਰ, ਜੋ ਗਿਆਨ ਰਤਨਾਂ ਨੂੰ ਚੁਰਾ ਲੈਂਦਾ ਹੈ। ਇਤਿਹਾਸ ਦੱਸਦਾ ਹੈ ਕਿ ਬੜੇ ਬੜੇ ਹਠੀ ਜਪੀ ਤਪੀ ਰਿਸ਼ੀ ਅਤੇ ਯੋਗੀ ਇਸ ਦੇ ਅਸਰ ਤੋਂ ਨਹੀਂ ਬਚ ਸਕਦੇ। ਹਿੰਦੁਸਤਾਨੀ ਚਿੱਤਰਕਾਰਾਂ ਨੇ ਕਾਮ ਨੂੰ ਇੱਕ ਸੁੰਦਰ ਬੱਚੇ ਦੀ ਸ਼ਕਲ ਵੀ ਦੱਸਿਆ ਹੈ, ਜਿਸ ਦੇ ਹੱਥ ਵਿੱਚ ਫੁੱਲਾਂ ਦੇ 5 ਬਾਣ ਫੜੇ ਹੋਏ ਹਨ। ਪੱਛਮੀ ਚਿੱਤਰਕਾਰਾਂ ਨੇ ਇਸ ਨੂੰ ਕਿਊਪਿਡ ਕਿਹਾ ਹੈ। ਉਹਨਾਂ ਨੇ ਵੀ ਫੁੱਲਾਂ ਦਾ ਤੀਰ ਕਮਾਨ ਇਸ ਦੇ ਹੱਥ ਵਿੱਚ ਦਿੱਤਾ ਹੈ। ਕੀ ਕਾਮ ਮਾਰਿਆ ਜਾ ਸਕਦਾ ਹੈ? ਇਹ ਸਵਾਲ ਬੜਾ ਇੰਪੋਰਟੈਂਟ ਸਵਾਲ ਹੈ ਕਿ ਜਿਹੜਾ ਇੰਨਾ ਤਾਕਤਵਰ ਹੈ, ਜਿਹੜਾ ਇੰਨਾ ਬਲੀ ਹੈ,
ਜਿਹਨੇ ਵੱਡਿਆਂ ਵੱਡਿਆਂ ਰਿਸ਼ੀ ਮੁੰਡਿਆਂ ਨੂੰ, ਪੜ੍ਹਿਆ ਲਿਖਿਆਂ ਨੂੰ, ਬੜੇ ਬੜੇ ਉੱਚੇ ਅਹੁਦਿਆਂ ਵਾਲਿਆਂ ਨੂੰ, ਮੁਨੀਆਂ ਨੂੰ, ਜੋਗੀਆਂ ਨੂੰ, ਜਤੀਆਂ ਨੂੰ, ਤਪੀਆਂ ਨੂੰ, ਸੰਨਿਆਸੀਆਂ ਨੂੰ ਨਹੀਂ ਛੱਡਿਆ, ਕੀ ਉਸ ਦੇ ਉੱਪਰ ਕਾਬੂ ਪਾਇਆ ਜਾ ਸਕਦਾ? ਜਦ ਤੱਕ ਮਨੁੱਖਾ ਸਰੀਰ ਕਾਇਮ ਹੈ, ਇਹ ਇੱਕ ਫੈਕਟ ਹੈ ਕਿ ਇਹ ਕਾਮ ਕ੍ਰੋਧ, ਇਹ ਐਟਰੀਬਿਊਟਸ ਦੇ ਅੰਦਰ ਰਹਿਣਗੇ ਮਨੁੱਖ ਦੇ। ਬਹੁਤ ਸਾਰੇ ਰਿਸ਼ੀਆਂ ਨੇ, ਤਪੀਆਂ ਨੇ ਇਕਾਂਤਵਾਸ, ਇਸਤਰੀ ਦਾ ਤਿਆਗ ਤੇ ਅਕ ਧਤੂਰਾ ਖਾ ਕੇ ਇਸ ਨੂੰ ਮਾਰਨ ਦਾ ਯਤਨ ਕੀਤਾ ਹੈ। ਗੱਲ ਮਾਰਨ ਦੀ ਹੋ ਰਹੀ ਹੈ ਕਿ ਕਾਮ ਨੂੰ ਮਾਰਿਆ ਜਾ ਸਕਦਾ, ਪਰ ਉਹਨਾਂ ਨੂੰ ਸਫਲਤਾ ਨਹੀਂ ਹੋਈ, ਕਿਉਂਕਿ ਇਹ ਨੈਚੁਰਲ ਇਨਸਟਿੰਕਟਸ ਹਨ, ਹਰ ਮਨੁੱਖ ਦੇ ਅੰਦਰ ਹਨ, ਪਸ਼ੂ ਦੇ ਅੰਦਰ ਹਨ। ਪਰ ਸਿੱਖ ਧਰਮ ਨੇ ਇਹਨਾਂ ਜਜ਼ਬਿਆਂ ਨੂੰ, ਇਹ ਜਿਹੜੇ ਇਨਸਟਿੰਕਟਸ ਹਨ, ਇਹਨਾਂ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਹੈ, ਇਹਨਾਂ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਹੈ। ਇਹ ਬੜਾ ਇੰਪੋਰਟੈਂਟ ਐਸਪੈਕਟ ਹੈ ਜਿਸ ਨੂੰ ਸਾਨੂੰ ਸਮਝਣ ਦੀ ਲੋੜ ਹੈ, ਔਰ ਇਸ ਨੂੰ ਆਪਣੇ ਕਾਬੂ ਵਿੱਚ ਰੱਖ ਕੇ ਸਹੀ ਵਰਤੋਂ ਕਰਨ ਦੀ ਗੱਲ ਦੱਸੀ ਹੈ ਕਿ ਜੇਕਰ ਕਾਮ ਹੀ ਨਾ ਰਿਹਾ ਤੇ ਫਿਰ ਤੇ ਸੰਸਾਰ ਅੱਗੇ ਤੁਰੇਗਾ ਹੀ ਨਹੀਂ, ਫਿਰ ਤੇ ਸੰਤਾਨ ਪੈਦਾ ਹੋਏਗੀ ਨਹੀਂ, ਉਤਪਤੀ ਹੋਏਗੀ ਨਹੀਂ, ਫਿਰ ਤੇ ਗ੍ਰਸਤ ਹੋਏਗਾ ਹੀ ਨਹੀਂ, ਤੇ ਫਿਰ ਬੱਚੇ ਹੋਣਗੇ ਨਹੀਂ, ਫਿਰ ਤੇ ਇਹ ਸੰਸਾਰ ਦੀ ਐਂਡ ਹੋ ਜਾਏਗੀ ਜੇ ਅਸੀਂ ਕਾਮ ਨੂੰ ਮਾਰ ਦਿਆਂਗੇ ਜਾਂ ਖਤਮ ਕਰ ਦਿਆਂਗੇ, ਜੋ ਕਿ ਬ੍ਰਹਮਚਾਰੀਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਨੂੰ ਇੱਕ ਰੱਥ ਦੇ ਘੋੜੇ ਮਾਰ ਦਿੱਤੇ ਜਾਣ ਜਾਂ ਕਮਜ਼ੋਰ ਕਰ ਦਿੱਤੇ ਜਾਣ ਤਾਂ ਉਹ ਰੱਥ ਕਿਸੇ ਟਿਕਾਣੇ ਨਹੀਂ ਪਹੁੰਚ ਸਕਦਾ। ਇਹ ਜਿਹੜਾ ਸਰੀਰ ਹੈ, ਇਹ ਇੱਕ ਘੋੜੀ ਹੈ ਜਿਹਦੇ ਉੱਤੇ ਚੜ੍ਹ ਕੇ ਅਸੀਂ ਇਹ ਜ਼ਿੰਦਗੀ ਦਾ ਸਫ਼ਰ ਜਿਹੜਾ ਉਹ ਪੂਰਾ ਕਰਨਾ ਹੈ। ਮਹਾਂਪੁਰਸ਼ਾਂ ਨੇ ਮਨੁੱਖ ਦੀ ਕਾਮ ਦੀ ਤੇਜ਼ ਮਨੋਬ੍ਰਿਤੀ ਨੂੰ ਸੰਜਮ ਵਿੱਚ ਰੱਖਣ ਵਾਸਤੇ ਗ੍ਰਸਤ ਆਸ਼ਰਮ ਬਣਾਇਆ, ਗ੍ਰਸਤ ਧਰਮ ਬਣਾਇਆ ਹੈ। ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ, ਗੁਰਮਤਿ ਦੀ ਇਹ ਫਿਲਾਸਫੀ ਹੈ। ਗੁਰਮਤਿ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾ ਕਰਕੇ ਆਪਣੀ ਇਸਤਰੀ ਦਾ ਤਿਆਗ ਕਰਨ ਦੀ ਗੱਲ ਨਹੀਂ ਕਰ ਰਹੇ। ਪੁਰਾਣੇ ਮਜ਼ਹਬ ਵਿੱਚ ਇਕਾਂਤਵਾਸ, ਮਨ ਮਾਰ ਕੇ ਬ੍ਰਹਮਚਾਰੇ ਰੱਖਣ ਤੇ ਜਤੀ ਹੋਣ ਤੇ ਜ਼ੋਰ ਦਿੱਤਾ ਜਾਂਦਾ ਸੀ, ਪਰ ਇਸ ਦੇ ਵਿਪਰੀਤ ਸਿੱਖੀ ਨੇ ਸੰਜਮ ਗ੍ਰਸਤੀ ਹੋਣਾ ਅਤੇ ਏਕਾ ਨਾਰੀ ਜਤੀ ਹੋਈ। ਭਾਵ ਉਹ ਜਤੀ ਉਹਨੂੰ ਕਹਿੰਦੇ ਸਨ ਜਿਹੜੇ ਕਿ ਇਸਤਰੀ ਦਾ ਤਿਆਗ ਕਰਦੇ ਸਨ, ਲੇਕਿਨ ਗੁਰਮਤਿ ਨੇ ਇਹ ਗੱਲ ਕਹੀ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਜਿਹੜੀਆਂ ਪਰਾਈਆਂ ਔਰਤਾਂ ਨੂੰ ਧੀ ਤੇ ਭੈਣਾਂ ਸਮਝਣ ਤੇ ਇੱਕੋ ਨਾਰੀ ਦੇ ਨਾਲ ਆਪਣੇ ਜਿਹੜੇ ਸੰਬੰਧ ਰੱਖੇ ਗ੍ਰਸਤ ਵਾਲੇ, ਤੇ ਫਿਰ ਤਾਂ ਉਹ ਜਤੀ ਹੈ, ਉਸ ਨੂੰ ਜਤੀ ਕਿਹਾ ਗੁਰਮਤਿ ਦੇ ਅੰਦਰ। ਬਰਨਾਰਡ ਸ਼ਾਹ ਨੇ ਵੀ ਇਹ ਗੱਲ ਆਪਣੇ ਲੇਖਾਂ ਵਿੱਚ ਲਿਖੀ ਹੈ ਕਿ ਆਮ ਆਦਮੀ ਗ੍ਰਸਤ ਨੂੰ ਭੋਗ ਵਿਲਾਸ ਲਈ ਇੱਕ ਸਮਾਜਿਕ ਸਰਟੀਫਿਕੇਟ ਸਮਝਦੇ ਹਨ। ਗ੍ਰਸਤ ਦਾ ਉਦੇਸ਼ ਸੰਜਮੀ ਜੀਵਨ ਹੈ, ਨਾ ਕਿ ਭੋਗ ਵਿਲਾਸ। ਗ੍ਰਸਤ ਦਾ ਮਤਲਬ ਹੈ ਕਿ ਕੰਟਰੋਲਡ ਸੈਕਸ, ਕੰਟਰੋਲਡ ਜਿਹੜੀ ਹੈ ਉਹ ਆਪਣੇ ਲਾਈਫ ਜਿਹੜੀ ਹੈ ਉਹਨੂੰ ਬਣਾਉਣਾ ਹੈ, ਨਾ ਕਿ ਇੱਕ ਉਹ ਭੋਗ ਵਿਲਾਸ ਦਾ ਸਰਟੀਫਿਕੇਟ ਨਹੀਂ ਹੈ ਕਿ ਵਿਆਹ ਹੋ ਗਿਆ ਤੇ ਹੁਣ ਤੁਸੀਂ ਭੋਗ ਵਿਲਾਸ ਦੇ ਵਿੱਚ ਹੀ ਲੱਗੇ ਰਹੋ। ਕਈ ਐਸੇ ਐਗਜ਼ਾਮਪਲ ਨੇ ਸਾਡੇ ਆਪਣੇ ਇਤਿਹਾਸ ਵਿੱਚ ਵੀ ਹਨ ਕਿ ਬੜੇ ਬੜੇ ਚੱਕਰਵਰਤੀ ਰਾਜੇ ਹੋਏ, ਬੜੇ ਬੜੇ ਅੱਛੇ ਉਹਨਾਂ ਦੇ ਰਾਜ ਪ੍ਰਬੰਧ ਸਨ, ਸਭ ਕੁਝ ਸੀਗਾ, ਲੇਕਿਨ ਇੱਕ ਤੋਂ ਵੱਧ ਨਾਰੀਆਂ ਦੇ ਚੱਕਰ ਵਿੱਚ ਪੈਣ ਕਰਕੇ ਉਹਨਾਂ ਦਾ ਆਪਣਾ ਜੀਵਨ ਵੀ ਵਿਅਰਥ ਗਿਆ ਤੇ ਉਹਨਾਂ ਦਾ ਰਾਜ ਵੀ ਉਹਨਾਂ ਦੇ ਹੱਥੋਂ ਜਿਹੜਾ ਹੈ ਉਹ ਜਾਂਦਾ ਰਿਹਾ। ਗ੍ਰਸਤ ਦਾ ਉਦੇਸ਼ ਸੰਜਮੀ ਜੀਵਨ ਹੈ, ਨਾ ਕਿ ਭੋਗ ਵਿਲਾਸ, ਇੱਕ ਸਚਾਈ। ਸਤਿਗੁਰਾਂ ਨੇ ਇਸੇ ਲਈ ਬ੍ਰਹਮਚਰਜ ਬਾਣਪ੍ਰਸਤ ਤੇ ਸੰਨਿਆਸ ਨਾਲੋਂ ਗ੍ਰਸਤ ਨੂੰ ਮੁੱਖ ਮੰਨਿਆ ਹੈ ਔਰ ਚੰਗਾ ਮੰਨਿਆ। ਗ੍ਰਸਤ ਜੀਵਨ ਵਿੱਚ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਆਪਣੇ ਇਹ ਆਰਗਨ ਜਿਹੜੇ ਹਨ, ਜਿਹੜੇ ਸਾਨੂੰ ਕਾਮ ਵਾਲੇ ਪਾਸੇ ਲਿਜਾਂਦੇ ਹਨ, ਅੱਖਾਂ ਸਭ ਤੋਂ ਪਹਿਲਾਂ ਕਾਮ ਵਾਲੇ ਪਾਸੇ ਲਿਜਾਂਦੀਆਂ ਹਨ। ਤੇ ਆਸਾ ਦੀ ਵਾਰ ਦੇ ਵਿੱਚ ਹੀ ਪਹਿਲੇ ਪਾਤਸ਼ਾਹ ਨੇ ਸਾਨੂੰ 472 ਅੰਕ ਦੇ ਉੱਤੇ ਸਮਝਾ ਦਿੱਤਾ। ਜਦੋਂ ਅਸੀਂ ਆਸਾ ਦੀ ਵਾਰ ਪੜ੍ਹਦੇ ਹਾਂ, ਭਾਈ ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਧਨ ਰੂਪ। ਕਾਮ ਦੀ ਸਹੀ ਵਰਤੋਂ ਸੁਖਦਾਇਕ ਹੈ ਜੋ ਸੰਤਾਨ ਉਤਪਤੀ ਲਈ ਹੈ, ਪਰ ਹੱਦੋਂ ਵੱਧ ਕੀਤੀ ਹੋਈ ਵਰਤੋਂ ਸਰੀਰ ਤੇ ਬੁੱਧੀ ਨੂੰ ਨਸ਼ਟ ਕਰ ਦਿੰਦੀ ਹੈ।
ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਟਾਲੇ। ਗਾਲ ਦਿੰਦਾ ਸਰੀਰ ਨੂੰ ਕੰਮ। ਮਨੁੱਖ ਬੜਾ ਵਿਸ਼ਈ ਲੱਜ ਅਤੇ ਧੋਖੇਬਾਜ਼ ਹੋ ਜਾਂਦਾ ਹੈ। ਕਾਮ ਦੇ ਚੱਕਰ ਵਿੱਚ ਧੋਖੇ ਵੀ ਕਰਦਾ ਹੈ, ਅਤਿਆਚਾਰ ਵੀ ਕਰਦਾ ਹੈ, ਬਲਾਤਕਾਰ ਵੀ ਕਰਦਾ ਹੈ। ਗੁਰਦੇਵ ਸਾਨੂੰ ਫਰਮਾਉਂਦੇ ਹਨ, ਓਂਕਾਰ ਰਾਮਕਲੀ ਤਲੀ ਵਿੱਚ ਪੰਨਾ 932 ਉੱਪਰ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ। ਭਾਵ ਕਾਮ ਕ੍ਰੋਧ ਸਰੀਰ ਨੂੰ ਇਸ ਤਰ੍ਹਾਂ ਨਸ਼ਟ ਕਰ ਦਿੰਦੇ ਹਨ ਜਿਵੇਂ ਸੁਹਾਗਾ ਸੋਨੇ ਨੂੰ ਗਾਲ ਦਿੰਦਾ ਹੈ। ਸੋਨੇ ਨੂੰ ਜਦੋਂ ਸ਼ੁੱਧ ਕਰਨਾ ਹੁੰਦਾ ਹੈ ਤਾਂ ਉਹਨੂੰ ਸੁਹਾਗਾ ਉੱਤੇ ਲਗਾਇਆ ਜਾਂਦਾ ਹੈ, ਉਹਦੇ ਨਾਲ ਸੋਨਾ ਜਿਹੜਾ ਗਲ ਜਾਂਦਾ ਹੈ। ਤਾਂ ਇਸ ਤਰ੍ਹਾਂ ਕਾਮ ਔਰ ਕ੍ਰੋਧ ਕਾਇਆ ਨੂੰ ਗਾਲ ਦਿੰਦੇ ਹਨ, ਜਿਸ ਤਰੀਕੇ ਨਾਲ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ। ਤਾਂ ਇਸ ਲਈ ਸੰਜਮੀ ਜੀਵਨ ਬਹੁਤ ਜ਼ਰੂਰੀ ਹੈ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਅਤੇ ਆਪਣੇ ਜੀਵਨ ਕਾਰਨਾਮਿਆਂ ਰਾਹੀਂ ਗੁਰਸਿੱਖਾਂ ਦੀ ਆਚਰਨਕ ਉਸਾਰੀ ਕਰੈਕਟਰ ਡਿਵੈਲਪਮੈਂਟ ਵੱਲ ਖਾਸ ਪ੍ਰੇਰਨਾ ਦਿੱਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਅਜਿਹੀਆਂ ਬੁਰਾਈਆਂ ਕਰਨ ਵਾਲੇ ਮਨੁੱਖਾਂ ਬਾਰੇ ਦੱਸਦੇ ਹਨ ਕਿ ਜਿਵੇਂ ਕਹਾਣੀ ਵਿੱਚ ਤਿਲ ਨਪੀੜਿਆ ਜਾਂਦਾ ਹੈ, ਅਜਿਹੇ ਕੁਕਰਮੀ ਦਾ ਐਸਾ ਹਾਲ ਹੁੰਦਾ ਹੈ। ਗੌੜੀ ਕੀ ਵਾਰ ਵਿੱਚ ਮਹਾਰਾਜ ਦੇ ਅਮੋਲਕ ਬਚਨ 315 ਅੰਗ ਦੇ ਉੱਪਰ ਸਵਾਇਮਾਨ ਹੋਣ ਤਾਂ ਕਹਿਨਾਰ ਪਰਾਈਆਂ, ਲੋਕ ਅੰਦਰ ਠਾਨੀ ਪਰਾਈਆਂ ਔਰਤਾਂ ਨੂੰ ਦੇਖਦਾ ਹੈ, ਅੰਦਰ ਲੁਕ ਲੁਕ ਕੇ ਦੇਖਦਾ ਹੈ। ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਾਨੀ, ਫਿਰ ਮੌਤ ਦਾ ਜੋ ਫਰਿਸ਼ਤਾ ਹੈ ਉਹ ਜਿਵੇਂ ਤਿਲਾਂ ਨੂੰ ਕਹਾਣੀ ਦੇ ਵਿੱਚ ਪੀੜਿਆ ਜਾਂਦਾ ਹੈ, ਤੇਲ ਕੱਢਿਆ ਜਾਂਦਾ ਹੈ, ਇਹੋ ਜੀ ਸਖਤ ਸਜ਼ਾ ਮਿਲਣੀ ਹੈ। ਇਸੇ ਗੱਲ ਨੂੰ ਅੱਗੇ ਹੋਰ ਬੜਾ ਹੀ ਪਿਆਰੇ ਢੰਗ ਨਾਲ ਪੰਚਮ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ। ਆਸਾ ਰਾਗ ਵਿੱਚ ਪੰਨਾ 403 ਦੇ ਉੱਪਰ ਹੈ। ਮੈਂ ਬਾਰ-ਬਾਰ ਪੰਨਾ ਇਸ ਲਈ ਦੱਸ ਰਿਹਾ ਕਿ ਕਈ ਵੀਰ ਤੇ ਕਹਿੰਦੇ ਹਨ ਕਿ ਤੁਸੀਂ ਜਦੋਂ ਗੁਰਬਾਣੀ ਦਾ ਪ੍ਰਮਾਣ ਦਿੰਦੇ ਹੋ ਤਾਂ ਪੰਨਾ ਜ਼ਰੂਰ ਦੱਸਿਆ ਕਰੋ। ਤਾਂ ਮੈਂ ਉਹਨਾਂ ਲਈ ਪੰਨਾ ਜ਼ਰੂਰ ਦੱਸ ਰਿਹਾ ਕਿ ਉਹ ਨੋਟ ਕਰਕੇ ਬਾਅਦ ਵਿੱਚ ਇਸ ਦੀ ਵਿਚਾਰ ਜਿਹੜੀ ਹੈ ਉਹ ਆਪ ਸਮਝ ਸਕਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਹ ਜ਼ਹਿਰੀਲੇ ਸੱਪ ਵਰਗਾ ਹੈ, ਪਰਾਈ ਇਸਤਰੀ ਦਾ ਸੰਗ। ਜੈਸਾ ਸੰਗ ਬਿਸਿਅਰ ਸਿਉ ਹੈ ਰੇ, ਤੈਸੋ ਹੀ ਇਹ ਪਰਗ੍ਰਹਿ। ਪਰ ਮਨੁੱਖ ਫਿਰ ਵੀ ਇਸ ਬੁਰਾਈ ਤੋਂ ਟਲਦਾ ਨਹੀਂ ਹੈ, ਫਿਰ ਵੀ ਇਸ ਟ੍ਰੈਪ ਵਿੱਚ ਫਸ ਹੀ ਜਾਂਦਾ ਹੈ। ਹਾਥੀ ਦੇਖੋ ਕਿੰਨਾ ਤਾਕਤਵਰ ਹੈ, ਉਹ ਚਾਹੇ ਤੇ ਸੁੰਡ ਵਿੱਚ ਵੱਡੇ ਵੱਡੇ ਦਰਖਤਾਂ ਨੂੰ ਇੱਕ ਮਿੰਟ ਦੇ ਵਿੱਚ ਜਿਹੜਾ ਸਮੇਤ ਉਖਾੜ ਦਿੰਦਾ, ਲੇਕਿਨ ਕਾਮ ਦੇ ਵਿੱਚ ਐਸਾ ਅੰਨਾ ਹੁੰਦਾ ਹੈ ਕਿ ਉਹ ਫਿਰ ਮੰਦਰਾਂ ਦੇ ਟਲੀਆਂ ਵਜਾਉਣ ਜੋਗੇ ਰਹਿ ਜਾਂਦਾ ਹੈ। ਪਰ ਮਨੁੱਖ ਫਿਰ ਵੀ ਇਸ ਬੁਰਾਈ ਤੋਂ ਟਲਦਾ ਨਹੀਂ, ਜਿਸ ਦੇ ਫਲਸਰੂਪ ਦੁੱਖ ਭੋਗਦਾ ਹੈ। ਜੋ ਕੋ ਕਰਮ ਐਸਾ ਦੁਖਦਾਈ ਹੈ, ਉਸ ਦੇ ਕਰਨ ਲਈ ਵਿਚਾਰੀ ਮਨੁੱਖ ਇੱਥੋਂ ਤੱਕ ਬੇਸ਼ਰਮ ਹੋ ਜਾਂਦੇ ਹਨ ਕਿ ਬੁਰੇ ਕੰਮ ਲਈ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਸਮਝ ਬੈਠਦੇ ਹਨ ਕਿ ਹੁਣ ਸਾਨੂੰ ਕੋਈ ਨਹੀਂ ਦੇਖ ਰਿਹਾ। ਉਹ ਸਰਵ ਵਿਆਪਕ ਪ੍ਰਭੂ ਨੂੰ ਭੁੱਲ ਜਾਂਦੇ ਹਨ, ਜੋ ਜੀਵਾਂ ਦੀਆਂ ਚੰਗੀਆਂ ਤੇ ਮੰਦੀਆਂ ਹਰਕਤਾਂ ਹਰ ਸਮੇਂ ਹਰ ਹਾਲਤ ਵਿੱਚ ਪਰਦਿਆਂ ਅੰਦਰ ਵੀ ਦੇਖ ਰਿਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਗੱਲੋਂ ਸਾਨੂੰ ਬਹੁਤ ਸੁਚੇਤ ਕੀਤਾ ਹੈ ਬਾਣੀ ਦੇ ਵਿੱਚ। ਸੋਰਠ ਰਾਗ ਵਿੱਚ ਪੰਨਾ 616 ਦੇ ਉੱਪਰ, ਦੇਹ ਕੇ ਵਾੜ ਅਨਕ ਪੜਦੇ में परदारा संग फांका है, चित्रगुप्त जब लेखा मांगा है, तब कौन पढ़दा तेरा ढक है। ਇਹ ਭਾਈ ਇਹ ਬੁਰਾਈ ਜੋ ਤੂੰ ਕਰ ਰਿਹਾ ਇਹ ਕਿੱਥੋਂ ਤੱਕ ਤੂੰ ਛੁਪਾ ਕੇ ਰੱਖ ਸਕਦਾ ਹੈ। ਇੱਕ ਦਿਨ ਇਹ ਜ਼ਰੂਰ ਜਗ ਜ਼ਾਹਰ ਹੋਏਗੀ, ਭਾਵੇਂ ਤੂੰ ਕਿੰਨੇ ਕੀ ਦਰਵਾਜ਼ੇ ਬੰਦ ਕਰਕੇ ਅੰਦਰ ਵੜ ਜਾਵੇਂ, ਅਨੇਕਾਂ ਪਰਦੇ ਲਾ ਲਵੇਂ, ਪਰਾਈ ਇਸਤਰੀ ਦਾ ਸੰਗ ਕਰੇ, ਫਿਰ ਵੀ ਜਿਸ ਵੇਲੇ ਤੇਰਾ ਲੇਖਾ ਹੋਣਾ ਹੈ ਉਸ ਵੇਲੇ ਤਾਂ ਇਹ ਤੇਰੀ ਗੱਲ ਤੇ ਉਗੜ ਕੇ ਸਾਹਮਣੇ ਆ ਜਾਣੀ ਹੈ। ਫਿਰ ਅਜਿਹੇ ਵਿਚਾਰੀ ਇਸਤਰੀ ਪੁਰਸ਼ ਨੂੰ ਬੇਇੱਜ਼ਤੀ ਤੇ ਕਾਲਖ ਦਾ ਟਿੱਕਾ ਆਪਣੇ ਮੂੰਹ ਤੇ ਲਵਾਉਣਾ ਹੀ ਪੈਂਦਾ ਹੈ। ਪੁਣੇ ਦੇ ਵਿੱਚ ਜਿਹੜੀ ਬਾਣੀ ਪਿੱਛੇ ਜਿਹੀ ਇਸ ਮਿਸ਼ਨਰੀ ਕਾਲਜ ਵਿੱਚ ਅਧਿਆਰਥ ਬੋਧ ਕੀਤੇ ਗਏ ਹਨ, ਉਹਦੇ ਫੁਣੇ ਮਹੱਲਾ ਪੰਜਵਾਂ ਪੰਨਾ 1362 ਦੇ ਉੱਤੇ ਇਹ ਬੋਲ ਅੰਕਿਤ ਕੀਤੇ ਪੰਜਵੇਂ ਪਾਤਸ਼ਾਹ ਨੇ। ਪਰਤਰਿਆ ਰਾਵਣ ਜਾਏ,
ਸਹੀ ਤਾਲਾ ਜੀ ਹੈ ਭਾਈ, ਪਰ ਇਹ ਇਸਤਰੀ ਨੂੰ ਭੋਗਣ ਵਾਸਤੇ ਜਾ ਰਿਹਾ ਹੈ ਤਾਂ ਤੈਨੂੰ ਫਿਰ ਸ਼ਰਮ ਨਹੀਂ ਹੈ? ਨਿਤ ਪ੍ਰਤ ਹਿਰੇ ਪਰ ਦਰਬ ਛਿਦਰ ਕਤ ਟਾਕੀ। ਭਈ ਨਿਤਾ ਪ੍ਰਤੀ ਤੂੰ ਪਰਾਇਆ ਧਨ ਜਿਹੜਾ ਹੈ ਚੋਰੀ ਕਰਨ ਜਾਣਾ ਹੈ, ਇਹ ਜਿਹੜੇ ਤੇਰੇ ਛਿੱਦਰ ਹਨ, ਇਹ ਤੇਰੇ ਡਿਫੈਕਟ ਜਾਣ ਹਨ, ਇਹ ਕਦੋਂ ਟੱਕੇ ਜਾਣਗੇ? ਭਗਤ ਕਬੀਰ ਜੀ ਵੀ ਮਨੁੱਖ ਦਾ ਜੂਨਾਂ ਵਿੱਚ ਪਏ ਰਹਿਣ ਦਾ ਦੁੱਖ ਭੋਗਣ ਦਾ ਕਾਰਨ ਵੀ ਪਰਾਈ ਦੌਲਤ, ਪਰਾਈ ਇਸਤਰੀ, ਪਰਾਈ ਨਿੰਦਿਆ ਨੂੰ ਹੀ ਮੰਨਦੇ ਹਨ। ਰਾਮਕਲੀ ਰਾਗ ਵਿੱਚ ਕਬੀਰ ਸਾਹਿਬ ਜੀ ਦੇ ਬਚਨ ਹਨ, ਪੰਨਾ 971 ਉੱਪਰ, ਪਰ ਧਨ, ਪਰ ਧਨ, ਪਰ ਧਨ ਔਰ ਪਰ ਤਨ, ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਭਗਤ ਰਾਮਦੇਵ ਜੀ ਇਹ ਸਾਨੂੰ ਸਮਝਾਉਂਦੇ ਹਨ, ਜੋ ਪਰਾਏ ਧਨ ਦਾ ਅਤੇ ਪਰਾਈ ਇਸਤਰੀ ਦਾ ਤਿਆਰ ਕਰ ਦਿੰਦਾ ਹੈ, ਉਸ ਨੂੰ ਪ੍ਰਭੂ ਮਿਲਾਪ ਵਿੱਚ ਦੇਰੀ ਨਹੀਂ ਲੱਗਦੀ। ਪੈਰੋ ਰਾਗ ਵਿੱਚ ਨਾਮਦੇਵ ਜੀ ਫਰਮਾਉਂਦੇ ਹਨ, ਪੰਨਾ 1163 ਦੇ ਉੱਪਰ, ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਿ ਨਿਕਟ ਬਸੈ ਨਰ ਹਰੀ। ਉਹਦੇ ਨੇੜੇ ਪ੍ਰਮਾਤਮਾ ਵਸਦਾ ਹੈ ਜਿਹਨੇ ਪਰਾਏ ਧਨ ਦਾ, ਪਰਾਏ ਇਸਤਰੀ ਦਾ ਤਿਆਗ ਕੀਤਾ ਹੈ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਫਰਮਾਇਆ ਹੈ ਕਿ ਪਰਾਏ ਧਨ, ਪਰਾਈ ਇਸਤਰੀ ਤੇ ਪਰਾਈ ਨਿੰਦਾ ਦਾ ਤਿਆਗ ਕਰਕੇ ਪ੍ਰਭੂ ਭਗਤੀ ਵਿੱਚ ਲੀਨ ਹੋਣਾ ਚਾਹੀਦਾ ਹੈ। ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਨੇ 379 ਅੰਕ ਦੇ ਉੱਤੇ ਫਰਮਾਇਆ ਹੈ, ਪਰ ਤਨ ਪਰ ਦਾਰਾ ਪਰ ਨਿੰਦਾ, ਇਨਸੋ ਪ੍ਰੀਤ ਨਿਵਾਰ, ਚਰਨ ਕਮਲ ਸੇਵੀ ਰਿਦ ਅੰਤਰ, ਗੁਰ ਪੂਰੇ ਕੈ ਅਦਾ। ਆਪਾਂ ਇਸ ਗੱਲ ਨੂੰ ਇੱਥੇ ਸਾਰੇ ਨੋਟ ਕਰਦੇ ਹਾਂ ਕਿ ਭਾਵੇਂ ਕੋਈ ਭਗਤ ਹਨ, ਭਾਵੇਂ ਕੋਈ ਗੁਰੂ ਸਾਹਿਬਾਨ ਹਨ ਸਾਡੇ, ਭਾਈ ਕਬੀਰ ਸਾਹਿਬ ਹਨ, ਤੇ ਭਾਵੇਂ ਦੂਸਰੇ ਭਗਤ ਨਾਮਦੇਵ ਜੀ ਹਨ, ਤੇ ਇਹਨਾਂ ਸਾਰਿਆਂ ਨੇ ਇੱਕੋ ਗੱਲ ਸਾਨੂੰ ਇਹ ਸਮਝਾਈ ਹੈ ਕਿ ਪਰਾਈ ਇਸਤਰੀ ਤੇ ਪਰ ਧਨ ਤੇ ਪਰ ਨਿੰਦਾ ਦਾ ਅਸੀਂ ਤਿਆਗ ਕਰਨਾ ਹੈ। ਪਰ ਧਨ ਪਰ ਦਾਰਾ ਪਰ ਨਿੰਦਾ, ਇਨਸੋ ਪ੍ਰੀਤ ਨਿਵਾਰ, ਇਸ ਨਾਲ ਪ੍ਰੀਤ ਛੱਡ ਦੇ। ਚਰਨ ਕਮਲ ਸੇਵੀ ਰਿਦ ਅੰਤਰ, ਗੁਰਪੁਰੈ ਕੈ ਆਧਾਰ। ਆਸਾ ਮਹਲਾ ਪੰਜਵਾਂ, ਪੰਨਾ 379। ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰਾਂ ਵਿੱਚ ਸਾਨੂੰ ਸਮਝਾਇਆ ਹੈ ਕਿ ਮੈਂ ਉਸ ਸਿੱਖ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜੋ ਪਰਾਈ ਇਸਤਰੀ ਦੇ ਨੇੜੇ ਨਹੀਂ ਜਾਂਦਾ। ਹਉ ਤਿਸ ਘੋਰ ਘੁਮਾਇਆ, ਪਰ ਨਾਰੀ ਦਾ ਨੇੜ ਨਾ ਜਾਵੇ। ਕਿੰਨਾ ਉੱਚਾ ਔਰ ਸੁੱਚਾ ਕਰੈਕਟਰ ਬਿਲਡਿੰਗ ਦਾ ਪ੍ਰੋਸੈਸ ਜਿਹੜਾ ਹੈ ਉਹ ਸਾਨੂੰ ਗੁਰਬਾਣੀ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਨੇ, ਗੁਰਸਿੱਖਾਂ ਨੇ ਔਰ ਭਗਤਾਂ ਨੇ ਸਾਨੂੰ ਸਮਝਾਇਆ ਹੈ। ਪਰ ਅੱਖਾਂ ਤ੍ਰਿਗ ਹਨ ਜੋ ਗੁਰੂ ਦਰਸ਼ਨ ਤਾਂ ਕਰਦੀਆਂ ਨਹੀਂ, ਪਰ ਪਰਾਈ ਇਸਤਰੀ ਦੇ ਰੂਪ ਨੂੰ ਤੱਕਣ ਵਿੱਚ ਲੁਭਾਏਵਾਨ ਹਨ। ਭਾਈ ਗੁਰਦਾਸ ਜੀ ਦੀ ਵਾਰ 27ਵੀਂ ਦੀ 10ਵੀਂ ਪੌੜੀ ਵਿੱਚ ਆਪ ਜੀ ਫਰਮਾਉਂਦੇ ਹਨ, ਤ੍ਰਿਗ ਲੋਇਨ ਗੁਰਦਰਸ ਵਿਣ, ਵੇਖੈ ਪਰ ਤਰਨੀ। ਉਹ ਅੱਖਾਂ ਜਿਹੜੀਆਂ ਤ੍ਰਿਗਾਕਾਰ ਹਨ, ਜਿਹੜੀਆਂ ਗੁਰੂ ਦੇ ਦਰਸ਼ਨ, ਸਾਧ ਸੰਗਤ ਦੇ ਦਰਸ਼ਨ ਦੇ ਬਿਨਾਂ ਪਰਾਈਆਂ ਔਰਤਾਂ ਨੂੰ ਤੱਕਦੇ ਹਨ। ਭਾਈ ਸਾਹਿਬ ਸਾਡੇ ਪ੍ਰਤੀ ਉਪਦੇਸ਼ ਕਰਦੇ ਹੋਏ ਫਰਮਾਉਂਦੇ ਹਨ ਕਿ ਆਪਣੇ ਤੋਂ ਵੱਡੀਆਂ ਇਸਤਰੀਆਂ ਨੂੰ ਮਾਵਾਂ ਸਮਝੀਏ, ਆਪਣੇ ਤੋਂ ਛੋਟੀਆਂ ਨੂੰ ਧੀਆਂ ਸਮਾਨ ਜਾਣੀਏ, ਤੇ ਆਪਣੇ ਬਰਾਬਰ ਦੀਆਂ ਇਸਤਰੀਆਂ ਨੂੰ ਭੈਣਾਂ ਜਾਣੀਏ। ਜੇਕਰ ਕਿਸੇ ਨਾਲ ਸਾਡਾ ਆਨੰਦ ਕਾਰਜ ਹੋ ਜਾਂਦਾ ਹੈ ਤਾਂ ਉਸ ਤੋਂ ਛੁੱਟ ਬਾਕੀ ਜਿਹੜੀਆਂ ਉਹ ਉਹਨਾਂ ਵਾਸਤੇ ਇਹ ਗੱਲ ਸਮਝਾਈ ਹੈ ਕਿ ਵੱਡੀਆਂ ਇਸਤਰੀਆਂ ਨੂੰ ਮਾਵਾਂ ਸਮਝੀਏ, ਆਪਣੇ ਤੋਂ ਛੋਟੀਆਂ ਨੂੰ ਧੀਆਂ ਸਮਾਨ ਜਾਣੀਏ, ਤੇ ਆਪਣੇ ਬਰਾਬਰ ਦੀਆਂ ਇਸਤਰੀਆਂ ਨੂੰ ਭੈਣਾਂ ਜਾਣੀਏ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, 29 ਵਾਰ ਦੀ 11ਵੀਂ ਪੌੜੀ ਵਿੱਚ। 6ਵੀਂ ਵਾਰ ਦੀ 8ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਫਿਰ ਫਰਮਾਉਂਦੇ ਹਨ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਤੋ ਏਕਾ ਨਾਰੀ ਦੀ ਜਿਹੜਾ ਰਹਿੰਦਾ ਗ੍ਰਸਤ ਦੇ ਵਿੱਚ, ਉਹ ਜਤੀ ਸਤੀ ਹੈ, ਉਹਦਾ ਜਸ ਸਤ ਕਾਇਮ ਹੈ, ਉੱਚੇ ਕਰੈਕਟਰ ਵਾਲਾ ਹੈ, ਔਰ ਪਰਾਈ ਨਾਰੀ ਔਰ ਉਹਨੂੰ ਧੀ ਭੈਣ ਵਖਾਣੇ। ਭਾਈ ਗੁਰਦਾਸ ਜੀ ਨੇ ਵੀ ਆਪਣੇ ਕਥਿਤ ਕਬਿਤ ਨੰਬਰ 506 ਵਿੱਚ ਵੀ ਇਹ ਗੱਲ ਨੂੰ ਦੱਸਿਆ ਹੈ ਕਿ ਜਿਸ ਤਰ੍ਹਾਂ ਬਹੁਤੇ ਸਾਲਾਂ ਵਿੱਚ ਚੰਗੀ ਤਰ੍ਹਾਂ ਪਾਲੀ ਹੋਈ ਮਨੁੱਖਾ ਦੇਹੀ ਥੋੜੀ ਜਿਹੀ ਜ਼ਹਿਰ ਖਾਣ ਨਾਲ ਮਰ ਜਾਂਦੀ ਹੈ,
ਜਿਸ ਤਰ੍ਹਾਂ ਮੱਝ ਦਾ ਤਾਜ਼ਾ ਚੋਇਆ ਹੋਇਆ ਬਰਤਨ ਪਰ ਦੁੱਧ ਕਾਂਜੀ ਦੀ ਇੱਕ ਬੂੰਦ ਪੈਣ ਨਾਲ ਸਾਰੀ ਖਰਾਬ ਹੋ ਜਾਂਦਾ ਹੈ, ਜਿਸ ਤਰ੍ਹਾਂ ਕਰੋੜਾ ਮਨ ਇਕੱਠਾ ਕੀਤਾ ਹੋਇਆ ਜੋ ਲੱਕੜੀ ਹੈ, ਉਹ ਰੂਹ ਹੈ, ਇੱਕ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਪੈਣ ਨਾਲ ਉਹ ਛਿੰਦ ਵਿੱਚ ਸੁਆਹ ਹੋ ਜਾਂਦਾ ਹੈ। ਇਸ ਤਰ੍ਹਾਂ ਇਸਤਰੀ ਪੁਰਸ਼ ਦੀ ਚੰਗੀ ਕਰਮਾਂ ਦੀ ਰਾਸ ਪੂੰਜੀ ਤੇ ਆਨੰਦ ਪਰਾਏ ਸਰੀਰ ਨਾਲ ਵਿਕਾਰ ਕਰਨ ਤੇ ਪਰਾਏ ਧਨ ਨੂੰ ਚੁਰਾਉਣ ਕਰਕੇ ਸਹਿਜੇ ਹੀ ਨਾਸ਼ ਹੋ ਜਾਂਦੀ ਹੈ। ਇੱਥੇ ਗੱਲ ਜਦੋਂ ਇਸਤਰੀ ਦੀ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਜੇ ਇਸਤਰੀ ਵਾਸਤੇ ਪਰਾਏ ਪੁਰਸ਼ ਵਾਸਤੇ ਵੀ ਇਹੀ ਹਿਦਾਇਤ ਗੁਰਮਤਿ ਵਿੱਚ ਹੈ ਕਿ ਪਰ ਇਸਤਰੀ ਔਰ ਪਰ ਪੁਰਸ਼ ਦਾ ਗਮ ਨਹੀਂ ਕਰਨਾ। ਇਹੀ ਜਿਹੜੀ ਗੱਲ ਹੈ ਉਹ ਸਾਡੇ ਸਿੱਖ ਰਹਿਤ ਮਰਿਆਦਾ ਵਿੱਚ ਜਦੋਂ ਅਸੀਂ ਬਜਰ ਕੁਰਾਇਤਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਅੰਦਰ ਵੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਪਰ ਪੁਰਸ਼ ਔਰ ਪਰ ਇਸਤਰੀ ਦਾ ਗਮਨ ਨਹੀਂ ਕਰਨਾ ਹੈ। ਭਾਈ ਸਾਹਿਬ ਜੀ ਇੱਥੇ ਫਰਮਾਉਂਦੇ ਹਨ, ਜੈਸੇ ਬਿਕ ਤਨਕ ਹੀ ਖਾਤ ਮਰ ਜਾਤ ਤਾਤ, ਕਿ ਥੋੜਾ ਜਿਹਾ ਹੀ ਜ਼ਹਿਰ ਖਾਣ ਦੇ ਨਾਲ ਮਨੁੱਖ ਇੱਕਦਮ ਮਰ ਜਾਂਦਾ ਹੈ। ਤਾਤ ਮੈਨੇ ਉਸੇ ਵੇਲੇ ਗਾਵ ਮੁਰਜਾਤ ਪ੍ਰਤਪਾਲੀ ਬਰਖਣ ਕੀ, ਮੈਖੀ ਦੁਹਾਏ दूध राखिए भाजन पर, कि जिस वेले ਦੁੱਧ ਦਾ ਜਿਹੜਾ ਹੈ ਉਹ ਮੱਝ ਦਾ ਦੁੱਧ ਚੋ ਕੇ ਤਾਜ਼ਾ ਰੱਖਿਆ ਹੋਵੇ, ਉਹਦੇ ਵਿੱਚ ਭਾਂਡੇ 'ਚ ਪਾ ਕੇ ਰੱਖਿਆ ਜਾਏ, ਪਰਤ ਕਾਂਜੀ ਕੀ ਬੂੰਦ ਬਾਦ ਨਾ ਰੱਖਣ ਕੀ, ਕਿ ਇੱਕ ਵਾਰੀ ਵੀ ਕਾਂਜੀ ਦੀ ਬੂੰਦ ਉਹਦੇ 'ਚ ਪੈ ਜਾਵੇ ਤਾਂ ਉਹ ਫਿਰ ਦੁੱਧ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ। ਜੈਸੇ ਕੋਟ ਭਾਰ ਤੂਲ ਰੰਚਕ ਚਿਨਕ ਭਰੇ, ਜਿਵੇਂ ਬਹੁਤ ਸਾਰੇ ਲੱਕੜੀ ਦੇ ਜਾਂ ਰੂਹ ਨੂੰ ਇਕੱਠਾ ਕਰਕੇ ਉਹਦੇ ਵਿੱਚ ਚਿਨਕ ਇੱਕ ਪੈ ਜਾਵੇ ਅੱਗ ਦੀ ਤਾਂ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ। ਬਹੁਤ ਪਸਮਤ ਛਿਨ ਮੈਂ ਅਕਰਖਣ ਕੀ, ਤੈਸੇ ਪਰ ਧਨ ਧਨ ਦੁੱਖ ਨਾ ਵਿਕਾਰ ਕੀ। ਇਸ ਤਰ੍ਹਾਂ ਹੀ ਪਰਾਇਆ ਧਨ ਔਰ ਪਰਾਇਆ ਧਨ ਜਿਹੜਾ ਹੈ, ਇਹ ਜਿਹੜੇ ਦੁੱਖ ਹਨ ਇਹ ਵਿਕਾਰ ਹਨ। ਹਰੈ ਨਿਤ ਸੁਕ੍ਰਿਤ ਸਹਿਜ ਹਰਖਣ ਕੀ, ਫਿਰ ਜਿਹੜੇ ਕੰਮ ਕੀਤੇ ਹੋਏ ਹਨ ਉਹ ਸਾਰੇ ਹੀ ਇਸ ਤਰੀਕੇ ਨਾਲ ਨਾਸ ਹੋ ਜਾਂਦੇ ਹਨ। ਇਹ ਡਿਟੇਲ ਵਿਚਾਰ ਜਿਹੜੇ ਹਨ ਭਾਈ ਗੁਰਦਾਸ ਜੀ ਨੇ ਆਪਣੇ 506ਵੇਂ ਕਵਿਤ ਵਿੱਚ ਦੱਸੇ ਹਨ। ਸੋ ਇਹਨਾਂ ਉਪਰੋਕਤ ਗੁਰਸਿੱਖੀ ਸਿਧਾਂਤਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਤਾਂ ਇਸ ਬੁਰਾਈ ਨੂੰ ਕੁਰੈਤਾਂ ਦੇ ਵਿੱਚ ਸ਼ਾਮਲ ਕਰ ਦਿੱਤਾ। ਮੈਂ ਇੱਥੇ ਇੱਕ ਬੇਨਤੀ ਕਰ ਰਿਹਾ ਆਪ ਜੀ ਦੇ ਸਾਹਮਣੇ ਕਿ ਅਸੀਂ ਕਈ ਵਾਰ ਇਹ ਸਮਝਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਤੇ 10ਵੇਂ ਪਾਤਸ਼ਾਹ ਦੀ ਫਿਲਾਸਫੀ ਵੱਖ-ਵੱਖ ਸੀ। ਜਿਹੜੇ ਉੱਪਰ ਜਿੰਨੇ ਵੀ ਅਸੀਂ ਪ੍ਰਮਾਣ ਦਿੱਤੇ ਹਨ ਉਹ ਸਾਰੇ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਪਹਿਲਾਂ ਦੇ ਹਨ। ਤੋਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਜੋ ਕਰੈਕਟਰ ਬਿਲਡਿੰਗ ਦੇ ਜੋ ਸਟੈਪਸ ਹਨ, ਜੋ ਪਿਲਰਸ ਹਨ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਭਗਤਾਂ ਦੀ ਬਾਣੀ ਇਕੱਤਰ ਕਰਕੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਤਿਆਰ ਸਾਡੇ ਸਾਹਮਣੇ ਜੋ ਮਹਾਰਾਜ ਨੇ ਇਹ ਸਾਨੂੰ ਬਖਸ਼ਿਸ਼ ਕੀਤੀ ਹੈ ਬਾਣੀ ਦੀ, ਉਹਦੇ ਵਿੱਚ ਇਹ ਸਿਧਾਂਤ ਜਿਹੜੇ ਹਨ ਉਹ ਪਰਪੱਕ ਸਨ। ਤੋ ਜਿਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੋ ਜੋ ਸਿੱਖ ਅੰਮ੍ਰਿਤ ਛਕ ਕੇ ਐਸੀ ਕੁਰੈਤ ਕਰ ਬੈਠੇ ਉਹ ਸਿੱਖੀ ਤੋਂ ਖਾਰਜ ਸਮਝਿਆ ਜਾਂਦਾ ਸੀ। ਤੋ ਇੱਕ ਵਜਰ ਜਿਹੜੀ ਰਹਿਤ ਸੀ ਉਹਦੇ ਅੰਦਰ ਇਸ ਨੂੰ ਵੀ ਸ਼ਾਮਲ ਕੀਤਾ ਗਿਆ, ਇਸ ਬੁਰਾਈ ਨੂੰ। ਤੋ ਐਸਾ ਮਨੁੱਖ ਜਿੰਨਾ ਚਿਰ ਤੱਕ ਪੰਜ ਪਿਆਰਿਆਂ ਦੇ ਹਜ਼ੂਰ ਪੇਸ਼ ਹੋ ਕੇ ਆਪਣੀ ਭੁੱਲ ਨੂੰ ਸਵੀਕਾਰ ਨਾ ਕਰੇ ਤੇ ਦੁਬਾਰਾ ਅੰਮ੍ਰਿਤ ਨਾ ਛਕੇ, ਉਹਨਾਂ ਚਿਰ ਤੱਕ ਉਹ ਸਿੱਖੀ ਦੇ ਦਾਇਰੇ ਵਿੱਚ ਪ੍ਰਵੇਸ਼ ਨਹੀਂ ਸੀ ਕਰ ਸਕਦਾ, ਭਾਵ ਉਹ ਸਿੱਖ ਨਹੀਂ ਕਹਿਲਾ ਸਕਦਾ ਸੀ। ਗੁਰੂ ਸਾਹਿਬ ਜੀ ਨੇ ਖਾਲਸੇ ਦੇ ਆਚਰਨ ਨੂੰ ਉੱਚਾ ਰੱਖਣ ਵਾਸਤੇ ਬੜੀ ਸਖਤ ਤਾੜਨਾ ਕੀਤੀ ਕਿ ਗੁਰੂ ਦਾ ਸਿੱਖ ਪਰਾਈ ਇਸਤਰੀ ਵੱਲ ਭੈੜੀ ਨਜ਼ਰ ਨਾਲ ਨਾ ਦੇਖੇ। ਇੱਥੋਂ ਤੱਕ ਕਿ ਜੰਗਾਂ ਦੇ ਯੁੱਧਾਂ ਵਿੱਚ ਜਦੋਂ ਕਿ ਅਜਿਹੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਔਰ ਇਹ ਕਿਹਾ ਜਾਂਦਾ ਹੈ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਕ੍ਰਾਈਮਸ ਜਿਹੜੇ ਹਨ, ਤੁਸੀਂ ਯੂਰੋਪੀਅਨ ਵਾਰਸ ਦੇਖ ਲਓ, ਹੋਰ ਤੁਸੀਂ ਜਿਹੜੀਆਂ ਪੁਰਾਣੀਆਂ ਵਾਰਸ ਨੇ ਵਰਲਡ ਵਾਰ ਦਾ ਇਤਿਹਾਸ ਦੇਖ ਲਓ, ਤੇ ਉੱਤੇ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਜਿਹੜੀ ਪ੍ਰਤਾੜਨਾ ਹੋਈ ਹੈ, ਜਿਹੜਾ ਕਿ ਕਿਸੇ ਦੇ ਨਾਲ ਪੁਰਾਣੇ ਰਾਜੇ ਮਹਾਰਾਜਿਆਂ ਦੇ ਵੀ ਇਤਿਹਾਸ ਦੇਖ ਲਓ, ਤਾਂ ਇੱਕ ਜੇਤੂ ਰਾਜਾ ਜਿਹੜਾ ਹੁੰਦਾ ਸੀ ਉਹ ਹਾਰੇ ਹੋਏ ਰਾਜੇ ਦੀਆਂ ਜੋ ਔਰਤਾਂ ਹੁੰਦੀਆਂ ਸਨ ਉਹਨਾਂ ਨਾਲ ਦੁਰਾਚਾਰੀ ਕਰਦਾ ਸੀ, ਔਰ ਆਮ ਜਿਹੜੇ ਉਹਨਾਂ ਦੇ ਸਿਪਾਹੀ ਸਿਪਾਹ ਸਲਾਰ ਹੁੰਦੇ ਸਨ, ਉਹ ਆਮ ਜਿਹੜੇ ਲੋਕ ਹੁੰਦੇ ਸਨ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਜ਼ਬਰ ਜਨਾਹ ਕਰਦੇ ਸਨ।
ਔਰ ਅਹਿਮਦ ਸ਼ਾਹ ਅਬਦਾਲੀ ਦਾ ਤੇ ਇਤਿਹਾਸ ਸਿੱਖਾਂ ਦੇ ਨਾਲ ਜੁੜਿਆ ਹੀ ਹੋਇਆ ਕਿ ਜਿਹੜੇ ਇੱਥੋਂ ਦੀ ਬਹੂ ਬੇਟੀਆਂ ਨੂੰ ਜਾ ਕੇ ਤੇ ਗਜ਼ਰੀ ਦੇ ਵਿੱਚ ਟਕੇ ਟਕੇ ਸਰ ਵੇਚਣ ਵਾਸਤੇ ਇੱਥੋਂ ਲੈ ਕੇ ਜਾਂਦੇ ਸਨ। ਔਰ ਸਿੰਘਾਂ ਨੇ ਭਾਈ ਜੱਸਾ ਸਿੰਘ ਆਹਲੂਵਾਲੀਆ ਦੇ ਜਿਹੜੀ ਅਗਵਾਈ ਦੇ ਵਿੱਚ ਉਹਨਾਂ ਨੂੰ ਨਾ ਕੇਵਲ ਛੁਡਾਇਆ, ਸਗੋਂ ਉਹਨਾਂ ਨੂੰ ਆਪਣੇ ਘਰੋਂ ਘਰੇ ਵੀ ਪਹੁੰਚਾਇਆ। ਇਹ ਵੀ ਸਾਡਾ ਸਿੱਖ ਇਤਿਹਾਸ ਦੱਸਦਾ ਹੈ। ਤੋ ਇਹ ਹੈ ਕਿ ਸਿੱਖਾਂ ਨੇ ਇਸ ਕਾਮ ਦੇ ਉੱਪਰ ਕਾਬੂ ਪਾਉਣ ਦੇ ਵਿੱਚ ਜਿੱਥੇ ਸਫਲਤਾ ਹਾਸਲ ਕੀਤੀ ਹੈ, ਉੱਥੇ ਜਿਨ੍ਹਾਂ ਨੇ ਐਸੀ ਹਿਮਾਕਤ ਕੀਤੀ ਕਿ ਔਰਤਾਂ ਤੇ ਭੈੜੀ ਨਜ਼ਰ ਵੀ ਪਾਈ, ਉਹਨਾਂ ਤੋਂ ਵੀ ਉਹਨਾਂ ਇਸਤਰੀਆਂ ਦਾ ਬਚਾਅ ਕੀਤਾ। ਬੜੇ ਭਾਈ ਜਿਹੜੇ ਵੱਡੇ ਸਾਹਿਬਜ਼ਾਦੇ ਸਨ, ਬਾਬਾ ਅਜੀਤ ਸਿੰਘ ਜੀ, ਉਹਨਾਂ ਦੇ ਜੀਵਨ ਵਿੱਚ ਵੀ ਇਸ ਤਰ੍ਹਾਂ ਘਟਨਾ ਆਉਂਦੀਆਂ ਹਨ। ਹੋਰ ਵੀ ਸਿੱਖਾਂ ਦੇ ਜੀਵਨ ਦੇ ਵਿੱਚ ਘਟਨਾ ਐਸੇ ਆਉਂਦੀਆਂ ਹਨ ਕਿ ਜਦੋਂ ਉਹਨਾਂ ਨੇ ਜਾ ਕਰਕੇ ਔਰਤਾਂ ਨੂੰ, ਜਿਹੜੇ ਮੁਸਲਮਾਨ ਨਵਾਬ ਹੁੰਦੇ ਸਨ, ਉਹਨਾਂ ਕੋਲੋਂ ਜਾ ਕਰਕੇ ਛੁਡਾਇਆ, ਉਹਨਾਂ ਨੂੰ ਜਾ ਕਰਕੇ ਹਿੰਮਤ ਕਰਕੇ ਲੜਾਈ ਕਰਕੇ। ਤੇ ਗੁਰੂ ਦਾ ਸਿੱਖ ਪਰਾਈ ਇਸਤਰੀ ਵੱਲ ਭੈੜੀ ਨਜ਼ਰ ਨਾਲ ਨਾ ਦੇਖੇ, ਇਹ ਦੀ ਸਖਤ ਤਾੜਨਾ ਕੀਤੀ ਕਿ ਇਹਦੇ ਨਾਲ ਹੀ ਉੱਚਾ ਕਰੈਕਟਰ ਜਿਹੜਾ ਹੈ ਹੋਏਗਾ। ਇੱਥੋਂ ਤੱਕ ਕਿ ਜੰਗਾਂ ਤੇ ਯੁੱਧਾਂ ਵਿੱਚ ਜਦੋਂ ਕਿ ਅਜਿਹੇ ਨਿਯਮ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਸੀ, ਅਜਿਹੇ ਸਮੇਂ ਵੀ ਗੁਰੂ ਜੀ ਨੇ ਸਿੱਖਾਂ ਨੂੰ ਇਸ ਨਿਯਮ ਦੀ ਪਾਲਣਾ ਕਰਨ ਵਾਸਤੇ ਉਪਦੇਸ਼ ਕੀਤਾ ਹੈ। ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਇੱਕ ਵਾਰੀ ਕਿਸੇ ਜੰਗ ਵਿੱਚ ਸਿੱਖਾਂ ਦੇ ਹੱਥ ਕਿਸੇ ਜਵਾਨ ਮੁਸਲਮਾਨ ਔਰਤ ਦਾ ਡੋਲਾ ਆ ਗਿਆ। ਕੁਝ ਸਿੱਖਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਵੇਂ ਮੁਸਲਮਾਨ ਹਿੰਦੂਆਂ ਦੀਆਂ ਬਹੁ ਬੇਟੀਆਂ ਦੀ ਪੱਤ ਲੁੱਟਦੇ ਹਨ, ਸਾਨੂੰ ਹੁਣ ਉਹਨਾਂ ਦਾ ਬਦਲਾ ਲੈਣਾ ਚਾਹੀਦਾ ਹੈ। ਪਰੰਤੂ ਗੁਰਬਾਣੀ ਦੇ ਪਾਵਨ ਉਪਦੇਸ਼ ਉਹਨਾਂ ਦੇ ਸਾਹਮਣੇ ਸਨ, ਜੋ ਉਹਨਾਂ ਨੂੰ ਐਸਾ ਕੋਈ ਕਰਮ ਕਰਨ ਤੋਂ ਵਰਜ ਰਹੇ ਸਨ। ਉਹਨਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸੰਮੁਖ ਆਪਣਾ ਇਹ ਸ਼ੰਕਾ ਰੱਖਿਆ ਕਿ ਜੇਕਰ ਮੁਸਲਮਾਨ ਹਿੰਦੂਆਂ ਦੀਆਂ ਇਸਤਰੀਆਂ ਨਾਲ ਐਸਾ ਭੈੜਾ ਸਲੂਕ ਕਰਦੇ ਹਨ, ਤਾਂ ਸਿੱਖ ਧਰਮ ਦੇ ਅਸੂਲ ਉਹਨਾਂ ਪਾਸੋਂ ਬਦਲਾ ਲੈਣ ਵਾਸਤੇ ਸਾਨੂੰ ਕਿਉਂ ਰੋਕਦੇ ਹਨ। ਗੁਰੂ ਸਾਹਿਬ ਜੀ ਨੇ ਉਹਨਾਂ ਸਿੱਖਾਂ ਦੀ ਗੱਲ ਸੁਣ ਕੇ ਆਖਿਆ ਕਿ ਅਸੀਂ ਖਾਲਸਾ ਪੰਥ ਨੂੰ ਮਨੁੱਖਤਾ ਦੀ ਸਿਖਰ ਤੇ ਪਹੁੰਚਾਉਣਾ ਹੈ। ਇਹ ਇੱਕ ਐਗਜ਼ੈਂਪਲਰੀ ਰਿਲੀਜਨ ਹੈ। ਇਟਸ ਨਾਟ ਜਸਟ ਲਾਈਕ ਅਨਦਰ ਰਿਲੀਜਨ। ਜਿਵੇਂ ਐਚ.ਐਲ. ਬ੍ਰੌਡਸ਼ਾਹ ਨੇ ਕਿਹਾ ਸੀਗਾ ਕਿ ਸਿੱਖ ਸ਼ੁੱਡ ਫॉरगेट that Sikhism is another religion। ਉਹਨੇ ਕਿਹਾ ਕਿ ਇਟ ਇਜ਼ ਦ ਰਿਲੀਜਨ ਆਫ ਦ ਮੈਨਕਾਈਂਡ, ਮਾਡਰਨ ਏਜ ਦਾ ਰਿਲੀਜਨ ਹੈ। ਤੋ ਸਿੱਖਾਂ ਦੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਸਾਨੂੰ ਦੱਸੀ ਕਿ ਇਸ ਨੂੰ ਮੈਂ ਕਿਸੇ ਡੂੰਘੀ ਖੱਡ ਵਿੱਚ ਨਹੀਂ ਸੁੱਟਣਾ ਚਾਹੁੰਦਾ, ਮੈਂ ਇਹਨੂੰ ਕਾਮ ਦੀ ਡੂੰਘੀ ਖੱਡ ਵਿੱਚ ਨਹੀਂ ਸੁੱਟਣਾ ਚਾਹੁੰਦਾ। ਇਸਤਰੀ ਭਾਵੇਂ ਵੈਰੀ ਦੀ ਹੀ ਕਿਉਂ ਨਾ ਹੋਵੇ, ਸਿੱਖ ਨੇ ਉਸ ਨੂੰ ਆਪਣੀ ਮਾਤਾ, ਭੈਣ ਜਾਂ ਧੀ ਸਮਝ ਕੇ ਯੋਗ ਸਤਿਕਾਰ ਦੇਣਾ ਹੈ। ਇਹ ਸਿੱਖਾਂ ਦੇ ਨਿਯਮ ਹੁੰਦੇ ਸਨ ਲੜਾਈ ਦੇ ਕਿ ਜੇ ਕੋਈ ਡਿੱਗ ਪੈਂਦਾ ਸੀ ਤੇ ਉਹਦੇ ਉੱਤੇ ਡਿੱਗੇ ਹੋਏ ਤੇ ਵਾਰ ਨਹੀਂ ਸਨ ਕਰਦੇ। ਔਰ ਇੱਕ ਵਾਰੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਆਪਸ ਵਿੱਚ ਜੰਗ ਹੋ ਰਿਹਾ ਸੀਗਾ ਤੇ ਜਿਹੜਾ ਮੁਗਲ ਸੀ ਉਹਦੀ ਪੱਗ ਡਿੱਗ ਪਈ ਥੱਲੇ, ਤੇ ਸਿੰਘਾਂ ਨੇ ਹੱਲਾ ਰੋਕ ਦਿੱਤਾ ਤੇ ਉਹਨੂੰ ਕਿਹਾ ਤੂੰ ਪਹਿਲੇ ਆਪਣੀ ਪੱਗ ਆਪਣੇ ਸਿਰ ਤੇ ਰੱਖ, ਉਸ ਤੋਂ ਬਾਅਦ ਤੇਰੇ ਨਾਲ ਜੰਗ ਕਰਾਂਗੇ। ਤੋ ਇੰਨੇ ਅੱਛੇ ਜਿਹੜੇ ਰੂਲ ਸਨ ਲੜਾਈ ਦੇ, ਵਾਰ ਦੇ ਵੀ ਉਹਨਾਂ ਨੇ ਮੇਨਟੇਨ ਜਿਹੜੇ ਹਨ ਕੀਤੇ ਸਨ। ਤੋ ਇਸਤਰੀ ਭਾਵੇਂ ਵੈਰੀ ਦੀ ਹੋਵੇ ਕਿਉਂ ਨਾ ਹੋਵੇ, ਸਿੱਖ ਨੇ ਉਸ ਨੂੰ ਆਪਣੀ ਮਾਤਾ, ਭੈਣ ਜਾਂ ਧੀ ਸਮਝ ਕੇ ਯੋਗ ਸਤਿਕਾਰ ਦੇਣਾ ਹੈ। ਕਵੀ ਸੰਤੋਖ ਸਿੰਘ ਜੀ ਨੇ ਇਸ ਸਾਰੀ ਵਾਰਤਾ ਨੂੰ, ਜਿਸ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ, ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਹੈ। ਪੁਨ ਸਿੰਘਨ ਬੂੰਝੈ ਗੁਣ ਖਾਣੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਦਿੱਤਾ, ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਨਾਹੇ ਅਦੋਗਤ ਵਿਖੇ ਪਹੁੰਚਾਵੈ, ਤਾਂ ਤੇ ਕਲ ਮਲ ਕਰਨ ਹਟਾਵੈ। ਇਸੇ ਤਰ੍ਹਾਂ ਹੀ ਇਹ ਇਨਸੀਡੈਂਟ ਲੜਾਈ ਦਾ ਸਾਡੇ ਸਾਹਮਣੇ ਹੈ। ਮੈਂ ਤੇ ਇੱਕ ਹੋਰ ਜ਼ਿਕਰ ਕਰਨਾ ਚਾਹੁੰਦਾ, ਇੱਥੇ ਬਾਨੋ ਦਾ ਜ਼ਿਕਰ ਹੈ। ਬਾਨੋ ਜਿਹੜੀ ਕਿ ਜਿਹੜਾ ਜਮਰੌਦ ਦਾ ਕਿਲਾ ਸੀ, ਉੱਥੋਂ ਦੇ ਜਿਹੜੇ ਮਾਲਕ ਸੀ ਪਹਿਲੇ, ਉਹਦੀ ਜਿਹੜੀ ਹੈ ਉਹ ਲੜਕੀ ਸੀ। ਉਹਨੂੰ ਪਤਾ ਲੱਗਾ ਕਿ ਬੰਦਾ ਜਿਹੜਾ ਭਾਈ ਆਪਣੇ ਜਿਹੜੇ ਹਰੀ ਸਿੰਘ ਨਲੂਆ ਹਨ, ਉਹ ਬੜੇ ਜਵਾਨ ਹਨ, ਤੇ ਉਹ ਆਪਣਾ ਭੇਸ ਬਦਲ ਕੇ ਤੇ ਉਹ
ਜਿੱਥੇ ਹਰੀ ਸਿੰਘ ਨਲਵਾ ਜੀ ਬੈਠੇ ਸਨ, ਉਹਨਾਂ ਦੇ ਤੰਬੂ ਵਿੱਚ ਆ ਗਈ ਕਿ ਮੈਂ ਨਲਵਾ ਜੀ ਨੂੰ ਮਿਲਣਾ ਹੈ। ਤਾਂ ਜਦੋਂ ਅੰਦਰ ਆਈ ਤਾਂ ਭਾਈ ਨਲਵਾ ਜੀ ਪਛਾਣ ਗਏ। ਉਹਨਾਂ ਨੇ ਕਿਹਾ, ਭਾਈ ਤੂੰ ਸਿੱਖੀ ਦਾ ਵੇਸ਼ ਧਾਰਨ ਕਰਕੇ ਕਿਉਂ ਆਈ ਹੈ? ਉਹਨਾਂ ਨੇ ਇੱਕਦਮ ਤਲਵਾਰ ਕੱਢੀ। ਤਾਂ ਉਹ ਕਹਿਣ ਲੱਗੇ ਕਿ ਮੇਰਾ ਮਕਸਦ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣਾ ਨਹੀਂ ਹੈ, ਮੈਂ ਤੇ ਆਪਣੇ ਦਿਲ ਦੀ ਗੱਲ ਤੁਹਾਡੇ ਸਾਹਮਣੇ ਰੱਖਣ ਆਈ ਹਾਂ, ਮੈਂ ਉੱਚੇ ਕਰੈਕਟਰ ਦੀ ਗੱਲ ਕਰ ਰਿਹਾ। ਤਾਂ ਉਹ ਜੋ ਆਪਸ ਵਿੱਚ ਉਹਨਾਂ ਦਾ ਡਾਇਲਾਗ ਹੋਇਆ, ਤਾਂ ਉਸ ਤੋਂ ਬਾਅਦ ਉਹਨੇ ਕਿਹਾ, ਬਾਨੋ ਨੇ ਕਿਹਾ ਕਿ ਮੇਰੀ ਮਨ ਦੀ ਮਨਸ਼ਾ ਇਹ ਹੈ ਕਿ ਮੈਨੂੰ ਵਰਗਾ ਪੁੱਤਰ ਚਾਹੀਦਾ ਹੈ ਤੇ ਤੁਸੀਂ ਮੇਰੇ ਨਾਲ ਨਿਕਾਹ ਕਰੋ। ਤਾਂ ਭਾਈ ਹਰੀ ਸਿੰਘ ਨਲਵਾ ਜੀ ਨੇ ਕਿਹਾ ਕਿ ਮੈਂ ਆਲਰੇਡੀ ਮੇਰੀ ਮੈਰਿਜ ਹੋਈ ਹੋਈ ਹੈ ਤੇ ਏਕਾ ਨਾਰੀ ਜਤੀ ਦੇ ਸਿਧਾਂਤ ਦਾ ਮੈਂ ਪਾਲਣ ਕਰਦਾ ਹਾਂ, ਇਸ ਕਰਕੇ ਬਾਨੋ ਮੈਂ ਤੇਰੇ ਨਾਲ ਆਨੰਦ ਕਾਰਜ ਨਹੀਂ ਕਰ ਸਕਦਾ। ਤਾਂ ਫਿਰ ਉਹ ਜਦੋਂ ਜਾਣ ਲੱਗੀ ਤੇ ਬਾਹਰ ਜਾਣ ਲੱਗੀ ਤੇ ਉਹਨੇ ਇੱਕ ਬੜਾ ਕਰੜਾ ਬੋਲ ਮਾਰਿਆ ਹਰੀ ਸਿੰਘ ਨਲਵਾ ਜੀ ਨੂੰ ਕਿ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ, ਤੇ ਅੱਜ ਗੁਰੂ ਨਾਨਕ ਦਾ ਇੱਕ ਜਰਨੈਲ ਜਿਹੜਾ ਹੈ ਉਹ ਮੈਨੂੰ ਖਾਲੀ ਹੱਥ ਭੇਜ ਰਿਹਾ। ਤਾਂ ਹਰੀ ਸਿੰਘ ਨਲਵੇ ਨੇ ਕਿਹਾ, ਬਾਨੋ ਠਹਿਰ ਜਾ। ਠਹਿਰ ਕੇ ਉਹਨਾਂ ਨੇ ਕੀ ਕੀਤਾ ਕਿ ਉਸ ਨੂੰ ਕਿਹਾ ਕਿ ਅੱਜ ਤੋਂ ਤੂੰ ਮੇਰੀ ਮਾਂ ਹੈ, ਮੈਂ ਤੇਰਾ ਪੁੱਤਰ ਹਾਂ। ਦੇਖੋ ਕਿੰਨਾ ਵੱਡਾ ਉੱਚਾ ਜਿਹੜਾ ਕਰੈਕਟਰ ਉਸ ਜੰਗ ਦੇ ਅੰਦਰ, ਯੁੱਧ ਦੇ ਅੰਦਰ ਵੀ ਜਿਹੜਾ ਹੈ ਉਹ ਰੱਖਿਆ ਗਿਆ। ਸਾਡੇ ਸਾਹਮਣੇ ਬੰਗਲਾਦੇਸ਼ ਦਾ ਵਾਰ ਹੈ। ਬੰਗਲਾਦੇਸ਼ ਦੇ ਅੰਦਰ ਕਿੰਨੇ ਰੇਪ ਔਰ ਮਰਡਰ ਜਿਹੜੇ ਪਾਕਿਸਤਾਨ ਆਰਮੀ ਵਾਲਿਆਂ ਨੇ ਉਸ ਈਸਟ ਪਾਕਿਸਤਾਨ ਦੇ ਵਿੱਚ ਕੀਤੇ, ਕਿੰਨੀਆਂ ਔਰਤਾਂ ਨਾਲ ਬਲਾਤਕਾਰ ਹੋਇਆ, ਕਿੰਨੀ ਦੀਆਂ ਬ੍ਰੈਸਟ ਜਿਹੜੀਆਂ ਹਨ ਉਹ ਕੱਟੀਆਂ ਗਈਆਂ, ਤੋਂ ਕਿੰਨੇ ਜਿਹੜੇ ਬੁਰੇ ਜਿਹੜੇ ਹਾਲ ਕੀਤੇ ਗਏ, ਉਹਨਾਂ ਨੂੰ ਮੁਕਤੀ ਬਾਣੀ ਨੇ ਜਾ ਕੇ ਸਿੰਘ ਇੱਥੋਂ ਜਾ ਕੇ ਛੁਡਵਾਇਆ ਤੇ ਫਿਰ ਉਹ ਅਲੱਗ ਇੱਕ ਮੁਲਕ ਬਣਿਆ। ਮੌਜੂਦਾ ਹਾਲਾਤ ਜਿਹੜੇ ਹਨ ਉਹ ਅਲੱਗ ਚੀਜ਼ ਹੈ ਇਸ ਨਾਲੋਂ, ਲੇਕਿਨ ਮੈਂ ਕਹਿ ਰਿਹਾ ਕਿ ਵਾਰ ਦੇ ਵਿੱਚ ਵੀ ਔਰਤ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਵਿਕਟਮ ਹੁੰਦੀ ਹੈ, ਉਹਦੇ ਨਾਲ ਸਖਤੀ ਕੀਤੀ ਜਾਂਦੀ ਹੈ। ਲੇਕਿਨ ਇਹ ਇੱਕ ਲੜਾਈ ਦਾ ਮੈਦਾਨ ਹੈ ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਸਿੱਖਿਆ ਦਿੱਤੀ, ਤੇ ਉਹੀ ਹਰੀ ਸਿੰਘ ਨਲਵੇ ਨੇ ਵੀ ਉਸੇ ਜੀ ਸਿੱਖਿਆ ਦਾ ਪਾਲਣਾ ਕੀਤਾ। ਤੋ ਸਿੱਖ ਨੂੰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਤੇ ਸਿੱਖਾਂ ਨੇ ਉਸ ਵੇਲੇ ਰਹਿਤਨਾਮੇ ਲਿਖੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਤਾਂ ਦੱਸੀਆਂ ਸਨ। ਤੋ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਦੇ ਵਿੱਚ ਲਿਖਿਆ ਹੈ ਕਿ ਪਰ बेटी को बेटी जाना, सिख वास्ते सख्त हदायत कि पर बेटी को बेटी जाना है, पर स्त्री को मात बखाना है, कि पराई स्त्री ਨੂੰ ਮਾਂ ਬਰਾਬਰ ਸਮਝੇ। ਆਪਣੀ ਇਸਤਰੀ ਸੋ ਰਤ ਹੋਏ, ਆਪਣੀ ਇਸਤਰੀ ਨਾਲ ਉਹਦਾ ਬਹੁਤ ਪਿਆਰ ਹੋਣਾ ਚਾਹੀਦਾ ਹੈ। ਰਹਿਤਵਾਨ ਗੁਰੂ ਕਾ ਸਿੱਖ ਸੋਈ, ਕੋਈ ਰਹਿਤਵਾਨ ਹੈ ਗੁਰੂ ਕਾ ਸਿੱਖ ਜਿਹੜਾ ਪਰਾਈ ਬੇਟੀ ਨੂੰ ਬੇਟੀ ਜਾਣਦਾ ਹੈ, ਪਰਾਈ ਇਸਤਰੀ ਨੂੰ ਆਪਣੀ ਮਾਂ ਦੇ ਬਰਾਬਰ ਸਮਝਦਾ ਹੈ, ਔਰ ਆਪਣੀ ਇਸਤਰੀ ਨਾਲ ਗ੍ਰਸਤ ਆਸ਼ਰਮ ਦੇ ਵਿੱਚ ਰੱਜ ਕੇ ਪਿਆਰ ਕਰਦਾ ਹੈ, ਉਹੀ ਅਸਲ ਵਿੱਚ ਰਹਿਤਵਾਨ ਸਿੱਖ ਹੈ। ਫਿਰ ਰਹਿਤਨਾਮਾ ਭਾਈ ਨੰਦ ਲਾਲ ਸਿੰਘ ਜੀ ਨੇ ਵੀ ਕਮਾਲ ਕਰ ਦਿੱਤੀ ਹੈ, ਉਹ ਵੀ ਸਮਝਣ ਵਾਲੀ ਗੱਲ ਹੈ। ਕਹਿੰਦੇ ਹਨ, ਮਾਏ ਭੈਣ ਜੋ ਆਵੈ ਸੰਗਤ, ਦਿਸ਼ਟ ਬੁਰੀ ਦੇਖੇ ਤਿਸ ਪੰਗਤ। ਕਿ ਭਾਈ ਜੇਕਰ ਸੰਗਤ ਵਿੱਚ ਕੋਈ ਧੀ ਭੈਣ ਆਉਂਦੀ ਹੈ ਤੇ ਜਿਹੜਾ ਉਸ ਨੂੰ ਬੁਰੀ ਜਿਹੜੀ ਹੈ ਦ੍ਰਿਸ਼ਟੀ ਨਾਲ ਦੇਖਦਾ ਹੈ, ਸਿੱਖ ਹੋਏ ਜੋ ਕਰੇ ਕ੍ਰੋਧ, ਸਿੱਖ ਹੋ ਕਰਕੇ ਜੋ ਕ੍ਰੋਧ ਕਰਦਾ ਹੈ। ਕੰਨਿਆ ਮੂਲ ਨਾ ਦੇਵੇ ਸੋਧ, ਜੋ ਕੰਨਿਆ ਪੈਸਾ ਲੈ ਕਰਕੇ ਜਿਹੜਾ ਹੈ ਉਹਦਾ ਵਿਆਹ ਜਿਹੜਾ ਉਹ ਨਾ ਕਰੇ, ਕੰਨਿਆ ਦਾ ਪੈਸਾ ਨਾ ਖਾਏ। ਧੀ ਭੈਣ का पैसा खाए, गोविंद सिंह धक्के जम लाए, पर स्त्री सिਉਨੇ ਲਗਾਵੇ। ਵਾਹ क्या बात है। गुरु गोबिंद सिंह महाराज जी ਕਹਿੰਦੇ ਨੇ, ਪਰ ਇਸਤਰੀ ਸਿਉਨੇ ਲਗਾਵੇ, ਗੋਬਿੰਦ ਸਿੰਘ ਵੈ ਸਿੱਖ ਨਾ ਪਾਵੇ। ਮੈਨੂੰ ਉਹ ਚੰਗਾ ਨਹੀਂ ਲੱਗਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਹਨ, ਖਾਲਸਾ ਸੋ ਪਾਰਸ ਦ੍ਰਿਸ਼ਟ ਤਿਆਗੈ। ਖਾਲਸਾ ਉਹੀ ਹੈ ਜਿਹੜਾ ਪਰਾਈ ਦ੍ਰਿਸ਼ਟੀ ਨੂੰ ਤਿਆਗਦਾ ਹੈ, ਪਰਾਈ ਇਸਤਰੀ ਦਾ ਸੰਗ ਤਿਆਗਦਾ ਹੈ, ਕਿਸੇ ਵੀ ਇਸਤਰੀ ਨੂੰ ਭੈੜੀ ਦ੍ਰਿਸ਼ਟੀ ਨਾਲ ਨਹੀਂ ਦੇਖਦਾ ਹੈ। ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਉਹ ਜੋ ਨਾਮ ਦੇ ਨਾਲ ਰੰਗਿਆ ਰਹੇ। ਇਸੇ ਕਰਕੇ ਹੀ, ਇਹਨਾਂ ਗੁਣਾ ਕਰਕੇ ਹੀ ਕਾਜ਼ੀ ਨੂਰ ਮੁਹੰਮਦ ਜੋ ਇੱਕ ਕੱਟੜ ਸ਼ਰਈ ਮੁਸਲਮਾਨ ਸੀ, ਸਿੱਖਾਂ ਦਾ ਇਤਿਹਾਸ ਲਿਖਦਾ ਹੋਇਆ ਉਹ ਲਿਖਦਾ ਹੈ ਕਿ ਸਿੱਖ ਕਦੀ ਵਿਭਚਾਰ ਨਹੀਂ ਕਰਦੇ। ਦੇਖੋ ਇੱਕ ਜਿਹੜਾ ਸਾਡਾ ਦੁਸ਼ਮਣ ਹੈ, ਉਸ ਦਾ ਹਿਸਟੋਰੀਅਨ ਵੀ ਇਸ ਚੀਜ਼ ਨੂੰ ਲਿਖ ਰਿਹਾ ਹੈ। ਜੇ ਸਿੱਖ ਕੋਈ ਲਿਖਦਾ ਹੈ ਤੇ ਕੋਈ ਕਹਿ ਸਕਦਾ ਵੀ ਸਿੱਖ ਤੇ
ਆਪਣੇ ਦੇ ਆਰ ਬਲੋਇੰਗ देयर ਓਨ ਟਰੰਪਟ। ਲੇਕਿਨ ਇੱਕ ਵਿਰੋਧੀ ਜਿਹੜਾ ਹਿਸਟੋਰੀਅਨ ਹੈ, ਜਿਹੜਾ ਸਾਡੇ ਨਾਲ ਜੰਗ ਜਿਹੜਾ ਕਰ ਰਿਹਾ, ਉਹਦੇ ਹਿਸਟੋਰੀਅਨ ਹੈ, ਉਹ ਲਿਖ ਰਿਹਾ ਹੈ ਕਿ ਸਿੱਖ ਕਦੀ ਵੀ ਵਿਚਾਰ ਨਹੀਂ ਕਰਦੇ। ਉਹ ਇੱਕ ਜਨੂਨੀ ਮੁਸਲਮਾਨ ਹੋਣ ਕਰਕੇ ਸਿੱਖਾਂ ਨੂੰ ਸੱਗ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ। ਸੱਗ ਦਾ ਭਾਵ ਹੈ ਕੁੱਤਾ। ਪਰੰਤੂ ਸਿੱਖਾਂ ਦੇ ਆਚਰਣ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਸਿੱਖ ਨੂੰ ਕੁੱਤੇ ਲਿਖਣ ਦੇ ਬਾਵਜੂਦ ਉਸ ਨੂੰ ਇਹ ਗੱਲ ਲਿਖਣ ਤੇ ਮਜਬੂਰ ਹੋਣਾ ਪਿਆ ਕਿ ਸਿੱਖ ਪਰਾਈ ਇਸਤਰੀ ਨੂੰ ਭੈੜੀ ਨਿਗਾਹ ਨਾਲ ਨਹੀਂ ਦੇਖਦੇ। ਇਸਤਰੀ ਭਾਵੇਂ ਛੋਟੀ ਹੋਵੇ, ਭਾਵੇਂ ਵੱਡੀ ਹੋਵੇ ਜਾਂ ਬਰਾਬਰ ਦੀ ਹੋਵੇ, ਸਿੱਖ ਉਸ ਨੂੰ ਬੁੱਢੀ ਕਹਿ ਕਰਕੇ ਬੁਲਾਉਂਦੇ ਹਨ। ਸੋ ਅਸੀਂ ਦੇਖਦੇ ਹਾਂ ਕਿ ਸਿੱਖ ਧਰਮ ਵਿੱਚ ਕਾਮ ਦੇ ਜਜ਼ਬੇ ਨੂੰ ਕੰਟਰੋਲ ਕਰਨ ਤੇ ਉੱਚਾ ਆਚਰਣ ਬਣਾਉਣ ਲਈ ਗੁਰਬਾਣੀ ਤੇ ਰਹਿਤ ਮਰਿਆਦਾ ਵਿੱਚ ਪੂਰਾ ਜ਼ੋਰ ਦਿੱਤਾ ਗਿਆ ਹੈ। ਆਮ ਸਿਆਣਿਆਂ ਦੀ ਰਾਏ ਹੈ ਕਿ ਨੀਂਦ, ਭੁੱਖ ਤੇ ਕਾਮ ਆਦਿਕ ਵਧਾਏ ਘਟਾਏ ਜਾ ਸਕਦੇ ਹਨ। ਇੱਕ ਚੰਗਾ ਆਦਮੀ ਇਹਨਾਂ ਨੂੰ ਕਾਬੂ ਵਿੱਚ ਰੱਖ ਸਕਦਾ ਹੈ, ਪਰ ਮੂਰਖ ਇਹਨਾਂ ਦੇ ਅਧੀਨ ਹੁੰਦਾ ਹੈ। ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਸਾਇੰਸ ਇਜ਼ ਏ ਬੈਡ ਮਾਸਟਰ ਬਟ ਏ ਗੁੱਡ ਸਰਵੈਂਟ। ਤੋਂ ਕਾਮਨਾਵਾਂ ਨੂੰ ਕਾਬੂ ਵਿੱਚ ਰੱਖਣਾ ਜੀਵਨ, ਸਿਹਤ, ਆਚਰਣ ਤੇ ਇਖਲਾਕ ਲਈ ਬਹੁਤ ਜ਼ਰੂਰੀ ਹੈ। ਵਿਸ਼ਈ ਆਦਮੀ ਅਰੋਗਤਾ ਦੇ ਆਚਰਣ ਸਭ ਕੁਝ ਨਸ਼ਟ ਕਰ ਲੈਂਦਾ ਹੈ। ਇਹਨਾਂ ਕਾਰਨਾਂ ਕਰਕੇ ਵਿਸ਼ੇ ਵਾਸਨਾ ਜਿਹੜੀ ਹੈ ਵੱਧਦੀ ਹੈ। ਕੁਸੰਗਤ, ਇਕਾਂਤਵਾਸ, ਵਿਹਲੇ ਰਹਿਣਾ, ਨਾਚ ਮੁਜਰੇ ਜਾਣਾ ਤੇ ਇਸ਼ਕੀਆ ਗੀਤ ਸੁਣਨੇ, ਗੰਦਾ ਸਾਹਿਤ ਪੜ੍ਹਨਾ, ਗੰਦੀਆਂ ਤਸਵੀਰਾਂ ਤੇ ਸਿਨੇਮੇ ਵਿੱਚ ਮਾੜੀਆਂ ਫਿਲਮਾਂ ਦੇਖਣੀਆਂ, ਤੇਜ਼ੀ ਪੈਦਾ ਕਰਨ ਵਾਲੀ ਖੁਰਾਕ ਖਾਣੀ, ਬਹੁਤ ਭੜਕੀਲੀ ਪੋਸ਼ਾਕ ਪਾਉਣੀ, ਇਹ ਦੇਖੋ ਚੀਜ਼ਾਂ ਨੇ ਮੇਰੇ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਹੋ ਜਾਏ, ਕਿ ਗੰਦੇ ਗੀਤ ਸੁਣਨੇ ਵੀ ਜਿਹੜੇ ਹਨ ਉਹ ਮਨਾ ਹਨ। ਕਾਮ ਵਾਸ਼ਨਾ ਨੂੰ ਘਟਾਉਣ ਲਈ ਇਹ ਸਾਧਨ ਅਪਣਾਏ ਜਾ ਸਕਦੇ ਹਨ। ਵਾਹਿਗੁਰੂ ਦੀ ਭਗਤੀ, ਨਾਮ ਸਿਮਰਨ, ਗੁਰਬਾਣੀ ਦਾ ਅਭਿਆਸ, ਕੀਰਤਨ, ਇਸ਼ਨਾਨ, ਕੁਸੰਗਤ ਦਾ ਤਿਆਗ, ਸਤਸੰਗਤ ਵਿੱਚ ਰਹਿਣਾ, ਚੰਗੀਆਂ ਪੁਸਤਕਾਂ ਪੜ੍ਹਨੀਆਂ, ਵਰਜਿਸ਼, ਸ਼ਰਾਬ ਅਤੇ ਅਫੀਮ ਆਦਿਕ ਨਸ਼ਿਆਂ ਦਾ ਤਿਆਗ, ਰੰਗ ਤਮਾਸ਼ੇ ਨਾ ਜਾਣਾ, ਉੱਤਮ ਵਿਚਾਰ, ਸਾਫ਼ ਸੁਥਰੀ ਖੁਰਾਕ ਖਾਣੀ, ਸਾਦਾ ਪੁਸ਼ਾਕ ਪਹਿਨਣਾ, ਸਭ ਤੋਂ ਵੱਧ ਕੇ ਇਹ ਗੱਲ ਕਿ ਹਰ ਵਕਤ ਕਿਸੇ ਚੰਗੇ ਕੰਮ ਵਿੱਚ ਰੁੱਝੇ ਰਹਿਣਾ, ਗੁਰਮਤਿ ਵਿੱਚ ਸਿੱਖ ਲਈ ਇਹ ਸਾਰੀਆਂ ਗੱਲਾਂ ਜ਼ਰੂਰੀ ਦੱਸੀਆਂ ਹਨ। ਕਾਮੀ ਪੁਰਸ਼ ਦਾ ਸਰੀਰ ਨਿਰਬਲ ਅਤੇ ਬੁੱਧੀ ਖੀਨ ਹੋ ਜਾਂਦੀ ਹੈ। ਸੰਤਾਨ ਰੋਗੀ ਅਤੇ ਨਿਰਬਲ ਹੁੰਦੀ ਹੈ। ਵਿਸ਼ਈ ਅਤੇ ਲੰਪਟ ਸਮਾਜ ਜਾਂ ਜਾਤੀ ਮਿਟ ਜਾਂਦੀ ਹੈ ਜਾਂ ਪਰ ਅਧੀਨ ਹੋ ਜਾਂਦੀ ਹੈ। ਇਸ ਲਈ ਸੰਜਮੀ ਜੀਵਨ ਜਿਹੜਾ ਹੈ ਉਹ ਜ਼ਰੂਰੀ ਹੈ। ਜੇਕਰ ਅਸੀਂ ਇਹ ਦੇਖਦੇ ਹਾਂ ਕਿ ਸਾਡੀਆਂ ਅੱਖਾਂ ਜਿਹੜੀਆਂ ਹਨ ਉਹ ਜਿਹੜੀ ਅਸੀਂ ਉਸ ਪਾਸੇ ਵੱਲ ਦੇਖਦੇ ਨੇ, ਕੰਨ ਵੀ ਆਨੰਦ ਸਾਹਿਬ ਵਿੱਚ ਵੀ ਅੱਖਾਂ ਨੂੰ ਵੀ ਉਪਦੇਸ਼ ਹੈ, ਕੰਨਾਂ ਨੂੰ ਵੀ ਉਪਦੇਸ਼ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੋ ਨੀਂਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹਿ। ਤੋ ਇਹਨਾਂ ਦੇ ਢਾਏ ਨਹੀਂ ਚੜਨਾ ਹੈ, ਇਹਨਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ। ਤੇ ਫਿਰ ਜੇ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ, ਜਿਵੇਂ ਅੱਜ ਦੀ ਵਿਚਾਰ ਵਿੱਚ ਦੱਸਿਆ ਹੈ, ਤਾਂ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ। ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਧੇ, ਜਗ ਮੇਂ ਉਤਮ ਕਾਢੀਏ, ਵਿਰਲੇ ਕਈ ਕੇ। ਸੋ ਅੱਜ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹਾਂ। ਤੋ ਅੱਜ ਦੇ ਵਿੱਚ ਦੱਸੇ ਹੋਏ ਵਿਚਾਰ ਉਹ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਹਨ, ਸਿੱਖ ਇਤਿਹਾਸ ਦੀਆਂ ਪ੍ਰੇਰਨਾਵਾਂ ਹਨ। ਤਾਂ ਉਹਨੂੰ ਆਪਣੇ ਅੰਦਰ ਅਸੀਂ ਧਾਰਨ ਕਰਨ ਦੀ ਕੋਸ਼ਿਸ਼ ਕਰੀਏ। ਮੇਰੇ ਵੱਲੋਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਬਖਸ਼ਿਸ਼ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।